मैं हाँ ਭੁਲਿੰਦਰ ਸਿੰਘ ਬਿਰਬਾਨੀ ਤੇ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਖਾਸ ਪ੍ਰੋਗਰਾਮ ਨਜ਼ਰੀਆ। ਕੈਨੇਡਾ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਫ ontario ਜਿਸ ਦੇ ਯਤਨਾਂ ਸਦਕਾ ontario ਪ੍ਰਿੰਸ ਵਿੱਚ ਸਿੱਖ ਭਾਈਚਾਰੇ ਨੂੰ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੀ ਇਜਾਜ਼ਤ ਮਿਲੀ ਹੈ। ਸਮੇਂ-ਸਮੇਂ ਤੇ ਸੰਸਥਾ ਨਾ ਸਿਰਫ ਸਿੱਖ ਪੰਥ ਲਈ ਬਲਕਿ ਸਮਾਜ ਲਈ ਵੱਖਰੇ ਅਜਿਹੇ ਕਾਰਜ ਲੈ ਕੇ ਗਏ ਸੰਸਥਾ ਵੱਲੋਂ ਜਿਸ ਨੇ ਕੈਨੇਡਾ ਵਿੱਚ ਸਿੱਖਾਂ ਦਾ ਨਾਮ ਉੱਚਾ ਕਰ ਦਿੱਤਾ। ਦਸਤਾਰ ਦੀ ਅਹਿਮੀਅਤ ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਨੁਮਾਇੰਦਿਆਂ ਨੇ ਲੋਕਾਂ ਨੂੰ ਸਮਝਾਉਣ ਦੀ ਲਈ ਕੋਈ ਕਸਰ ਨਹੀਂ ਛੱਡੀ। ਇਸ ਤੋਂ ਇਲਾਵਾ ਸੰਸਥਾ ਦੇ ਨੁਮਾਇੰਦਿਆਂ ਵੱਲੋਂ ਪ੍ਰੋਵਿੰਸ ਦੇ ਵੱਖ-ਵੱਖ ਗੁਰੂ ਘਰਾਂ ਵਿੱਚ ਜਾ ਕੇ ਨੌਜਵਾਨਾਂ ਨੂੰ ਦਸਤਾਰ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਪਰ ਜਦੋਂ ਕੋਵਿਡ-19 ਦੀ ਮਹਾਮਾਰੀ ਦੌਰਾਨ ਇਹ ਸੰਭਵ ਨਹੀਂ ਸੀ ਹੋ ਪਾਇਆ ਤਾਂ ਵੀ ਸੰਸਥਾ ਦੇ ਮੈਂਬਰ ਪਿੱਛੇ ਨਹੀਂ ਹਟੇ ਅਤੇ ਫਿਰ ਆਨਲਾਈਨ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਗਈ। ਸੰਸਥਾ ਵੱਲੋਂ ਸਮੇਂ-ਸਮੇਂ ਤੇ ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਅਨੇਕਾਂ ਕਦਮ ਚੁੱਕੇ ਗਏ। ਸੋ ਇਸ ਵਾਰ ਕੋਵਿਡ-19 ਦੀ ਮਾਰ ਦੇ ਚਲਦਿਆਂ ਵੀ ਦਸਤਾਰ ਦੀ ਸਿਖਲਾਈ ਘਰਾਂ ਵਿੱਚ ਦਿੱਤੇ ਜਾਣ ਲਈ ਕੀਤਾ ਗਿਆ ਇਹ ਉਪਰਾਲਾ ਸਭ ਨੇ ਸਰਾਹਿਆ। ਕੈਨੇਡਾ ਵਿੱਚ ਵੀ ਹੋਰ ਦੇਸ਼ਾਂ ਦੀ ਤਰ੍ਹਾਂ ਕਈ ਵੱਡੇ ਸਮਾਗਮ ਰੱਦ ਕਰ ਦਿੱਤੇ ਗਏ ਸਨ ਜਿਸ ਨੂੰ ਲੈ ਕੇ ਕੈਨੇਡਾ ਸਰਕਾਰ ਸਮੇਤ ਲੋਕਾਂ ਵਿੱਚ ਵੀ ਉਦਾਸੀ ਦਾ ਮਾਹੌਲ ਵੇਖਣ ਨੂੰ ਮਿਲਿਆ ਸੀ। ਪਰ ਕੈਨੇਡਾ ਸਰਕਾਰ ਨੇ ਸਾਰੇ ਹੀ ਭਾਈਚਾਰੇ ਦੇ ਲੋਕਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਦੇ ਯਤਨਾਂ ਸਦਕਾ ਹੀ ਕੋਰੋਨਾ ਵਾਇਰਸ ਦੀ ਇਸ ਭਿਆਨਕ ਬਿਮਾਰੀ ਤੇ ਕਾਫੀ ਹੱਦ ਤੱਕ ਕਾਬੂ ਵੀ ਪਾਇਆ ਜਾ ਸਕਿਆ। ਪਰ ਕੀ ਜਿਸ ਮਕਸਦ ਨਾਲ ਸ਼ੁਰੂ ਹੋਈ ਸੀ ਸਿੱਖ ਮੋਟਰਸਾਈਕਲ ਕਲੱਬ ਆਫ ontario ਦੀ ਇਹ ਸ਼ੁਰੂਆਤ ਇਹ ਸੰਸਥਾ ਕੀ ਉਸੇ ਮਕਸਦ ਤੇ ਅੱਜ ਇਹ ਕਲੱਬ ਚੱਲ ਰਿਹਾ ਹੈ? ਆਉਣ ਵਾਲੇ ਸਮੇਂ ਵਿੱਚ ਇਸ ਸੰਸਥਾ ਦੀ ਸੋਚ ਕੀ ਹੈ ਅਤੇ ਫਿਰ ਕਿਸ ਤਰ੍ਹਾਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਇਹ ਸੰਸਥਾ ਲਗਾਤਾਰ ਉਪਰਾਲੇ ਕਰ ਰਹੀ ਹੈ? ਇਹਨਾਂ ਸਭ ਸਵਾਲਾਂ ਦੇ ਜਵਾਬ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਨੇ ਖਾਸ ਤੌਰ ਤੇ ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਮੈਂਬਰ ਸਹਿਬਾਨ। ਸਭ ਤੋਂ ਪਹਿਲਾਂ ਇੱਕ ਕਰਕੇ ਉਹਨਾਂ ਦਾ ਤਾਰੁਫ ਤੁਹਾਡੇ ਨਾਲ ਕਰਵਾ ਦੇਣਾ। ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਜੁੜੇ ਹੋਏ ਨੇ ਲਖਵਿੰਦਰ ਸਿੰਘ ਧਾਲੀਵਾਲ ਸਾਹਿਬ ਜੋ ਕਿ ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਚੇਅਰਮੈਨ ਨੇ। ਬਹੁਤ-ਬਹੁਤ ਸਵਾਗਤ ਹੈ ਲਖਵਿੰਦਰ ਜੀ ਇਸ ਖਾਸ ਪ੍ਰੋਗਰਾਮ ਨਜ਼ਰੀਆ ਵਿੱਚ। ਇਸ ਤੋਂ ਇਲਾਵਾ ਸਾਡੇ ਨਾਲ ਸਕੱਤਰ ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਜੁੜੇ ਹੋਏ ਨੇ ਕੁਲਵਿੰਦਰ ਸਿੰਘ ਭੰਗੂ ਸਾਹਿਬ। ਕੁਲਵਿੰਦਰ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਨਜ਼ਰੀਆ ਵਿੱਚ। ਅਤੇ ਇਸ ਤੋਂ ਇਲਾਵਾ ਸਾਡੇ ਨਾਲ ਮੈਂਬਰ ਸਹਿਬਾਨ ਵੀ ਜੁੜੇ ਹੋਏ ਨੇ ਸਿੱਖ ਮੋਟਰਸਾਈਕਲ ਕਲੱਬ ਆਫ ontario ਦੇ ਖੁਸ਼ਵੰਤ ਸਿੰਘ ਬਾਜਵਾ ਸਾਹਿਬ। ਬਾਜਵਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਹੈ। ਸੋ ਇੱਕ ਕਰਕੇ ਤਾਂ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਹੈਗੇ ਹੋ ਕਿਉਂਕਿ ਬਹੁਤ ਵਧੀਆ ਉਦਮ ਤੁਸੀਂ ਇੱਕ ਸਮੇਂ ਤੇ ਸ਼ੁਰੂ ਕੀਤਾ ਸੀ ਔਰ ਅੱਜ ਸਿੱਖ ਮੋਟਰਸਾਈਕਲ ਕਲੱਬ ਆਫ ontario ਨੂੰ ਪੂਰੀ ਦੁਨੀਆ ਜਾਣਦੀ ਹੈਗੀ ਹੈ। ਤੁਹਾਡੇ ਕਲੱਬ ਨੂੰ ਇੱਕ ਵੱਖਰੀ ਪਛਾਣ ਮਿਲ ਚੁੱਕੀ ਹੈ ਔਰ ਹਰ ਜਿਹੜਾ ਸ਼ਖਸ ਹੈ ਹਰ ਨੌਜਵਾਨ ਇਸ ਕਲੱਬ ਨਾਲ ਜੁੜਨ ਦਾ ਚਾਹਵਾਨ ਵੀ ਹੈ। ਪਰ ਸਭ ਤੋਂ ਪਹਿਲਾਂ ਤਾਂ ਲਖਵਿੰਦਰ ਜੀ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿਉਂਕਿ ਤੁਸੀਂ ਚੇਅਰਮੈਨ ਹੈਗੇ ਹੋ ਔਰ ਤੁਹਾਡੇ ਤੋਂ ਇਸ ਸੰਸਥਾ ਦੀ ਸੋਚ ਬਾਰੇ ਜ਼ਰੂਰ ਜਾਣਨਾ ਚਾਹਾਂਗਾ ਕਿ ਕਿਸ ਤਰ੍ਹਾਂ ਇਸ ਸੰਸਥਾ ਦੀ ਸੋਚ ਸਾਹਮਣੇ ਆਈ ਕਿ ਇਸ ਇੱਕ ਸੰਸਥਾ ਸਿੱਖ ਮੋਟਰਸਾਈਕਲ ਕਲੱਬ ਦੇ ਨਾਮ ਨਾਲ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਉਹਦਾ ਕੀ ਮਕਸਦ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਵਿੱਚ ਇਸ ਨੂੰ ਕਿਸ ਤਰ੍ਹਾਂ ਪ੍ਰਫੁੱਲਤ ਕਰਨਾ ਹੈ ਕਦੋਂ ਇਹ ਰੂਪਰੇਖਾ ਤਿਆਰ ਹੋਈ ਸਭ ਤੋਂ ਪਹਿਲਾਂ ਤਾਂ ਇਹ ਤੁਹਾਡੇ ਤੋਂ ਜਾਣਨਾ ਚਾਹਾਂਗੇ। ਤੁਹਾਨੂੰ ਸਤਿ ਸ੍ਰੀ ਅਕਾਲ ਜੀ। ਇਹ ਜੀ ਅਸੀਂ 2008 ਦੇ ਵਿੱਚ ontario ਦੇ ਵਿੱਚ ਸੁਪਨਾ ਲੈ ਕੇ ਸ਼ੁਰੂ ਕੀਤਾ ਸੀ ਕਿਉਂਕਿ ਅਸੀਂ ਮੋਟਰਸਾਈਕਲ ਰਾਈਡ ਕਰਦੇ ਹੁੰਦੇ ਸੀਗੇ। ਪਰ ਸਿੱਖ ਮੋਟਰਸਾਈਕਲ ਕਲੱਬ ਪਹਿਲਾਂ BC ਦੇ ਵਿੱਚ ਸਾਡੇ ਵੀਰਾਂ ਨੇ ਐਸਟੈਬਲਿਸ਼ ਕੀਤਾ ਸੀ। ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨ ਬਿਥੇ ਸੀ ਤੇ ਅਸੀਂ ਫਿਰ ਇਹਨਾਂ ਨੂੰ ontario 'ਚ 2008 ਦੇ ਵਿੱਚ ਤਕਰੀਬਨ ਸ਼ੁਰੂ ਕੀਤਾ। ਫਿਰ ਹੌਲੀ-ਹੌਲੀ ਅਸੀਂ ਇਹਨੂੰ ਰਜਿਸਟਰਡ ਸੰਸਥਾ ਬਣਾ ਕੇ ਨਾਨ ਪ੍ਰੋਫਿਟੇਬਲ ਆਰਗੇਨਾਈਜੇਸ਼ਨ ਅਸੀਂ ਰਨ ਕੀਤਾ। ਪਹਿਲਾਂ ਸਾਡਾ ਮੇਨ ਮਕਸਦ ਜਿਹੜੀ ਸਿੱਖਾਂ ਨੂੰ ਪ੍ਰੋਬਲਮ ਆਉਂਦੀ ਸੀ ਮੋਟਰਸਾਈਕਲ ਰਾਈਡ ਕਰਨ ਵੇਲੇ ਦਸਤਾਰ ਪਾਉਣੀ ਪੈਂਦੀ ਸੀਗੀ, ਦਸਤਾਰ ਹੈਲਮਟ ਪਾਉਣੀ ਪੈਂਦੀ ਸੀ ਤੇ ਉਹ ਬੜੀ ਵੱਡੀ ਸਮੱਸਿਆ ਸੀ। ਉਹਦੇ ਵਾਸਤੇ ਅਸੀਂ ਲੌਬੀ ਕੀਤੀ ਵੱਖ-ਵੱਖ ਗੌਰਮੈਂਟ ਦੇ ਤੌਰ ਤੇ। ਪਰ ਲੱਕੀਲੀ ਸਾਨੂੰ ਫੋਰਡ ਸਰਕਾਰ ਜਿਹੜੀ ਸਾਡੀ ਹੁਣ ਪ੍ਰੋਵਿੰਸ ਦੇ ਵਿੱਚ ਸਰਕਾਰ ਆ PC ਪਾਰਟੀ ਦੀ, ਇਹਨਾਂ ਨੇ 18 ਅਕਤੂਬਰ 2018 ਨੂੰ ਇੱਕ ਕਾਨੂੰਨ ਦੇ ਵਿੱਚ ਇੱਕ ਮੱਦ ਹਾਜ਼ਰ ਕਰ ਦਿੱਤੀ ਜਿਹਦੇ ਨਾਲ ਜਿਹੜੇ ਸਿੱਖ ਨੇ ਉਹ ਦਸਤਾਰ ਨਾਲ ਮੋਟਰਸਾਈਕਲ ਚਲਾ ਸਕਦੇ ਸੀ। ਉਹ ਬੜੀ ਖੁਸ਼ੀ ਦੀ ਗੱਲ ਸੀ। ਸਭ ਤੋਂ ਵੱਡਾ ਸਾਡਾ ਜੰਗ ਸੀ। ਫਿਰ ਅਸੀਂ ਜਿਹੜੀ ਹਾਰਡ ਹੈਟ ਆ ਕੰਮ ਤੇ ਜਿਹੜੇ ਸਾਡੇ ਵੀਰ ਕੰਮ ਕਰਦੇ ਨੇ ਟਰੱਕਿੰਗ ਜਾਂ ਫੈਕਟਰੀਆਂ 'ਚ ਕੰਮ ਕਰਦੇ ਨੇ ਉਹਨਾਂ ਨੂੰ ਹਾਰਡ ਹੈਟ ਪਾਉਣੀ ਪੈਂਦੀ ਆ। ਉਹਦੇ ਵਾਸਤੇ ਵੀ ਸਮੇਂ-ਸਮੇਂ ਤੇ ਸੰਘਰਸ਼ ਕੀਤਾ ਤੇ ਹੁਣ ਕੋਵਿਡ ਦਾ ਜਦੋਂ ਸਮਾਂ ਆਇਆ ਸਿੱਖ ਮੋਟਰਸਾਈਕਲ ਕਲੱਬ ਆਫ ontario ਨੇ ਸਾਡੇ ਜਿੰਨੇ ਵੀ ਚੈਪਟਰ ਨੇ BC ਸਸਕਾਚਵਨ ਨੋਵਾ ਸਕੋਸ਼ੀਆ ਜਿੱਧਰ ਵੀ ਹੈਗੇ ਸਾਰੇ ਸਿੰਘਾਂ ਨੇ ਰਲ ਮਿਲ ਕੇ ਜਿਹੜੀ ਵੀ ਸੇਵਾ ਕਰ ਸਕਦੇ ਸੀ ਸਾਡੀਆਂ ਲੋਕਲ ਸੰਸਥਾਵਾਂ ਦੇ ਸਹਿਯੋਗ ਨਾਲ। ਜਿੱਦਾਂ ਕਿ ontario ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਨੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਸੈਂਟਰ ਦੇ ਸਹਿਯੋਗ ਨਾਲ ਜਿਹੜੇ ਵੀ ਲੋੜਵੰਦ ਸੀ ਉਹਨਾਂ ਦੇ ਘਰ ਫੂਡ ਪਹੁੰਚਾਇਆ। ਹੋਰ ਜਿਸ ਤਰ੍ਹਾਂ ਦੀ ਵੀ ਕਿਸੇ ਨੂੰ ਸੇਵਾ ਦੀ ਜ਼ਰੂਰਤ ਸੀ ਉਹ ਸੇਵਾ ਪਹੁੰਚਾਈ। ਸਾਡੇ ਨਾਲ ਨੌਜਵਾਨ ਜੁੜਦੇ ਆ ਜਦੋਂ ਅਸੀਂ ਦਸਤਾਰਾਂ ਸਜਾ ਕੇ ਕੈਨੇਡਾ ਦੀਆਂ ਸੜਕਾਂ ਤੇ ਗਰੁੱਪ ਦੇ ਵਿੱਚ ਨਿਕਲਦੇ ਆ ਸਾਨੂੰ ਲੋਕਾਂ ਵੱਲੋਂ ਐਪਰੀਸ਼ੀਏਟ ਕੀਤਾ ਜਾਂਦਾ। ਜਿੱਦਾਂ ਅਸੀਂ ਕੱਲ ਰਾਈਡ ਕੀਤੀ ਆ ਸਾਡੇ ਕੋਲੇ ਤਕਰੀਬਨ ਮੋਰ ਦੈਨ 30
ਨਵੀਆਂ ਐਪਲੀਕੇਸ਼ਨਸ ਆਈਆਂ ਹੋਈਆਂ ਨੇ, ਜਿਨ੍ਹਾਂ ਨੂੰ ਅਸੀਂ ਸਕਰੀਨਿੰਗ ਕਰਕੇ ਉਹਨਾਂ ਦੀ ਫਿਰ ਨਵੀਂ ਮੈਂਬਰਸ਼ਿਪ ਭਰਤੀ ਕਰਾਂਗੇ। ਜਦੋਂ ਸਾਡੇ ਨਾਲ ਨੌਜਵਾਨ ਜੁੜਦੇ ਆ, ਅਸੀਂ ਉਹਨਾਂ ਨੂੰ ਜੀ ਆਪਣੇ ਕਲੱਬ ਦੇ ਰੂਲਸ ਐਂਡ ਰੈਗੂਲੇਸ਼ਨਸ ਦੱਸਦੇ ਆ। ਬੜਾ ਉਤਸ਼ਾਹ ਪਾਇਆ ਜਾਂਦਾ ਕਮਿਊਨਿਟੀ ਦੇ ਵਿੱਚ। ਮੀਡੀਆ ਦਾ ਵੀ ਸਾਨੂੰ ਪੂਰਨ ਸਹਿਯੋਗ ਮਿਲਦਾ ਜੀ। ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਸਹਿਯੋਗ ਨਾਲ ਸਿੱਖ ਮੋਟਰਸਾਈਕਲ ਕਲੱਬ ਆਫ ਅੰਟੇਰੀਓ ਵੱਖ-ਵੱਖ ਆਪਣੀ ਕਮਿਊਨਿਟੀ ਵਾਸਤੇ, ਸਿੱਖੀ ਵਾਸਤੇ ਕੰਮ ਕਰਦਾ ਰਹੇਗਾ ਜੀ। ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ। ਪਰ ਕੁਲਵਿੰਦਰ ਜੀ, ਇਸ ਸਮੇਂ ਦੀ ਜੇਕਰ ਗੱਲ ਕਰੀਏ, ਮੌਜੂਦਾ ਸਮੇਂ ਵਿੱਚ ਕਿੰਨੇ ਮੈਂਬਰ ਸਹਿਬਾਨ ਤੁਹਾਡੇ ਨਾਲ ਜੁੜੇ ਹੋਏ ਨੇ ਔਰ ਕਿੱਥੇ-ਕਿੱਥੇ ਪੈਰ ਪਸਿਆ ਹੋਇਆ ਹੈ ਸਿੱਖ ਮੋਟਰਸਾਈਕਲ ਕਲੱਬ ਆਫ ਅੰਟੈਰੀਓ ਦੇ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਡੇ ਸਾਰਿਆਂ ਨੂੰ। ਸਾਡੇ ਇਸ ਵੇਲੇ ਸਾਡੇ ਕੋਲ ਕਰੀਬ 50 ਦੇ ਕਰੀਬ ਮੈਂਬਰ ਨੇ, ਜੀ ਤੇ ਜਿਹੜੇ ਐਕਟਿਵ ਤੌਰ ਤੇ ਜਿਹਨਾਂ ਕੋਲ ਆਪਣੇ ਬਾਈਕਸ ਨੇ ਤੇ ਉਹਨਾਂ ਕੋਲ ਲਾਇਸੈਂਸ ਵੀ ਨੇ, ਤੇ ਥਰੂ ਆਊਟ ਅੰਟੈਰੀਓ ਦੇ ਵਿੱਚ ਜਿੱਥੇ ਜਿੱਥੇ ਤੁਸੀਂ ਗੱਲ ਕਰ ਸਕੋ ਉੱਥੇ ਉੱਥੇ ਤੱਕ ਰਾਈਡਰ ਸਾਡੇ ਨੇ। ਵਿੰਡਜ਼ਰ, ਕਿਚਨਰ, ਹੈਮਿਲਟਨ, ਬ੍ਰੈਂਟਫੋਰਡ, ਆਲ ਓਵਰ GTA, ਕਿੰਗਸਟਨ ਵੀ ਕੁਝ ਸਾਡੇ ਮੈਂਬਰ ਨੇ, ਆਟਵਾ ਦੇ ਵਿੱਚ ਵੀ ਮੈਂਬਰ ਨੇ। ਜੀ ਸੋ ਕਲੱਬ ਦੇ ਜਿਉਂ-ਜਿਉਂ ਮੇਨ ਗੱਲ ਇਹ ਹੁੰਦੀ ਹੈ ਜੀ, ਜਦੇ ਇੱਕ ਬੰਦਾ ਕੋਈ ਦਸਤਾਰ ਬੰਨ੍ਹ ਕੇ ਸੜਕ ਤੇ ਤੁਰਦਾ ਹੈ ਹਮ, ਤੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਵੀ ਇਸ ਬੰਦੇ ਨੇ ਸਿਰ ਤੇ ਕੀ ਬੰਨਿਆ ਹੋਇਆ ਹੈ, ਤੇ ਅਸੀਂ ਜਿੰਨੇ ਦੇਰ ਤੋਂ ਟਰੱਕ ਚਲਾਉਂਦੇ ਸੀ ਇਹ ਕੁਐਸਚਨ ਪੈਦਾ ਹੁੰਦਾ ਸੀ ਵੀ ਇਹੋ ਕਿਉਂ ਤੁਸੀਂ ਸਿਰ ਤੇ ਕੀ ਬੰਨਿਆ ਤੇ ਕਿਉਂ ਬੰਨ੍ਹਦੇ ਆ। ਜੀ ਤੋ ਇਹ ਇੱਕ ਬੜੀ ਮਤਲਬ ਅਸੀਂ ਦਸਤਾਰ ਬੰਨ੍ਹਣੀ ਸਾਨੂੰ ਗੁਰੂ ਸਾਹਿਬ ਨੇ ਇਹ ਹੱਕ ਦਿੱਤਾ, ਤੇ ਜਦੋਂ ਦੂਜੀਆਂ ਕੌਮਾਂ ਸਵਾਲ ਕਰਦੀਆਂ ਹਨ ਵੱਖਰੇ ਦੇਖ ਕੇ, ਤੇ ਉਹਨਾਂ ਦਾ ਜਵਾਬ ਦੇਣ ਲਈ ਇੱਕ ਵਧੀਆ ਮੌਕਾ ਸੀ ਕਿ ਜਦੋਂ ਮੋਟਰਸਾਈਕਲ ਦੇ ਉੱਤੇ ਵੀ ਤੁਸੀਂ ਜਾਂਦੇ ਆ, ਦਸਤਾਰ ਬੰਨ੍ਹੀ ਹੈ, ਕੋਈ ਸਵਾਲ ਕਰਦਾ ਹੈ ਤਾਂ ਤੁਸੀਂ ਬੜੇ ਤਰੀਕੇ ਨਾਲ ਉਹਨਾਂ ਨੂੰ ਦੱਸ ਸਕਦੇ ਹਨ ਕਿ ਅਸੀਂ ਜੀ ਦਸਤਾਰ ਕਿਉਂ ਬੰਨ੍ਹੀ ਹੈ, ਇਸ ਦਾ ਕੀ ਮਤਲਬ ਹੈ। ਸੋ ਜੀ ਪਰ ਇਹ ਇੱਕ ਜਿਹੜੀ ਮੋਟਰਸਾਈਕਲ ਦੀ ਰਾਈਡ ਹੈ, ਜਿਹੜੀ ਇਹਦੀ ਟ੍ਰੇਨਿੰਗ ਹੀ ਹੈ ਨਾ, ਆਪਣੇ ਆਪ 'ਚ ਬੜੀ ਅਮੇਜ਼ਿੰਗ ਟ੍ਰੇਨਿੰਗ ਹੈ। ਜੇ ਕੋਈ ਬੰਦਾ, ਮੈਂ ਤਾਂ ਇਹ ਰਿਕਮੈਂਡ ਕਰਦਾ ਹੁੰਦਾ ਕਿ ਜਿਹਨਾਂ ਕੋਲ ਕਾਰਾਂ ਦੇ ਲਾਇਸੈਂਸ ਆ ਉਹ ਵੀ ਮੋਟਰਸਾਈਕਲ ਦੀ ਟ੍ਰੇਨਿੰਗ ਇੱਕ ਵਾਰੀ ਲੈਣ ਜਾ ਕੇ, ਹਮ, ਹੰਬਰ ਕਾਲਜ ਦਾ, ਸ਼ੈਰਡਨ ਕਾਲਜ ਜਾਂ ਕਿਸੇ ਮੇਨ ਕਾਲਜ ਤੋਂ, ਦੇ ਵਿਲ ਜੀ ਸੀ ਉਹਨਾਂ 3 ਦਿਨਾਂ 'ਚ ਉਹਨਾਂ ਦੀ ਜਿਹੜੀ ਟ੍ਰੇਨਿੰਗ ਹੋਊਗੀ, ਉਹਨਾਂ ਨੂੰ ਕਿੱਦਾਂ ਉਹਨਾਂ ਦਾ ਵਿਜ਼ਨ ਜਿਹੜਾ ਕਲੀਅਰ ਕੀਤਾ ਜਾਊਗਾ, ਉਹਨਾਂ ਨੇ ਕਿਸ ਤਰ੍ਹਾਂ ਆਪ ਸੇਫ ਚੱਲਣਾ ਤੇ ਕਿਸ ਤਰ੍ਹਾਂ ਉਹਨਾਂ ਨੇ ਰੋਡ ਦੇ ਉੱਤੇ ਵਿਚਰਨਾ ਹੈਗਾ। ਸੋ ਹਮ, ਇਹ ਆਮ ਲੋਕਾਂ ਲਈ ਵੀ ਇੱਕ ਬਹੁਤ ਵਧੀਆ ਟ੍ਰੇਨਿੰਗ ਹੈਗੀ ਆ ਵੈਨ ਯੂ ਗੋ ਔਨ ਬਾਈਕ ਰਾਈਡਿੰਗ। So ਬਿਲਕੁਲ I think that's the way we are growing. Every day we are growing. ਬਿਲਕੁਲ। ਖੁਸ਼ਵੰਤ ਜੀ, ਇੱਕ ਨੌਜਵਾਨ ਹੋਣ ਦੇ ਨਾਤੇ ਤੁਹਾਨੂੰ ਇੱਕ ਇੱਕ ਪੰਥ ਦੋ ਕਾਜ ਹੋ ਜਾਂਦੀ ਹੈ ਜਦੋਂ ਕੋਈ ਨੌਜਵਾਨ ਇਸ ਸੰਸਥਾ ਦੇ ਨਾਲ ਜੁੜਦਾ ਹੈ। ਪਹਿਲਾ, ਸਿੱਖਾਂ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਤੁਸੀਂ ਦੱਸਦੇ ਹੋ, ਬਹੁਤ ਚੰਗੀ ਗੱਲ ਹੈ। ਦੂਜਾ, ਹਰ ਇੱਕ ਪੰਜਾਬੀ ਦਾ ਸੁਪਨਾ ਹੁੰਦਾ, ਹਰ ਇੱਕ ਸਰਦਾਰ ਦਾ ਸੁਪਨਾ ਹੁੰਦਾ ਸੀ ਬਾਈਕ ਚਲਾਈਏ, ਇੱਕ ਅਜਿਹੀ ਬਾਈਕ ਚਲਾਈਏ ਜੋ ਦੇਖੇ ਤਾਂ ਪੱਗ ਦੀ ਅਹਿਮੀਅਤ ਵੀ ਜਾਣੇ ਔਰ ਇਹ ਵੀ ਜਾਣੇ ਕਿ ਅਸੀਂ ਕਿੰਨੀ ਫੁਰਤੀਲੇ ਨਾਲ, ਕਿੰਨੇ ਜੋਸ਼ ਨਾਲ ਅਸੀਂ ਬਾਈਕ ਚਲਾਉਂਦੇ ਹਾਂ। ਸੋ ਇੱਕ ਪੰਥ ਦੋ ਕਾਜ ਹੋ ਜਾਂਦੀ ਹੈ ਇਹ ਚੀਜ਼ਾਂ ਪੂਰਨ ਤੌਰ ਤੇ। ਜੀ ਬਿਲਕੁਲ, ਨਜ਼ਰੀਆ ਪ੍ਰੋਗਰਾਮ ਨਾਲ ਜੁੜ ਬੈਠੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੀ ਬਿਲਕੁਲ, ਸਿੱਖ ਮੋਟਰਸਾਈਕਲ ਕਲੱਬ ਆਫ ਅੰਟੇਰੀਓ ਅੱਜ ਤੱਕ ਜਿੰਨੀਆਂ ਵੀ ਰਾਈਡਸ ਇਸ ਸੰਸਥਾ ਨੇ ਆਰਗੇਨਾਈਜ਼ ਕੀਤੀਆਂ ਨੇ, ਰਾਈਡ ਵਿਦ ਅ ਕਾਜ਼, ਰਾਈਡ ਫॉर ਅ ਕਾਜ਼ ਦਾ ਜੋ ਸਲੋਗਨ ਅਸੀਂ ਉਹ ਲੈ ਕੇ ਚੱਲਦੇ ਹਾਂ। ਸੋ ਗੱਲ ਜੀ ਕੇਵਲ ਮੋਟਰਸਾਈਕਲ ਚਲਾਉਣ ਦੀ ਨਹੀਂ, ਗੱਲ ਹੈ ਦਸਤਾਰ ਦੀ, ਸ਼ਾਨ ਦੀ, ਗੁਰੂ ਸਾਹਿਬ ਦੇ ਸੰਦੇਸ਼ ਦੀ ਔਰ ਸਿੱਖੀ ਦਾ ਮੈਸੇਜ ਦੂਸਰੀਆਂ ਕਮਿਊਨਿਟੀਆਂ ਤੱਕ ਪਹੁੰਚਾਉਣ ਦੀ। ਸੋ ਜਦੋਂ ਜੀ ਅਸੀਂ ਨਾਲ ਸੋਸ਼ਲ ਚੈਰਿਟੀ ਦੇ ਕਾਜ਼ ਕਰਦੇ ਹਾਂ, ਸੋ ਉਸ ਦੇ ਨਾਲ ਸਾਨੂੰ ਬਹੁਤ ਮਾਣ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਦੀ ਦਸਤਾਰ ਸਜਾ ਕੇ ਨਾਲ ਅਸੀਂ ਚੈਰਿਟੀ ਦੇ ਕੰਮ ਕਰਦੇ ਹਾਂ ਜੀ। ਜੀ ਲਖਵਿੰਦਰ ਜੀ, ਜਦੋਂ ਵੀ ਅਸੀਂ ਕੋਈ ਨਵਾਂ ਉਪਰਾਲਾ ਕਰਦੇ ਹਾਂ ਤਾਂ ਨੁਕਤਾਚੀਨੀਆਂ ਬਹੁਤ ਹੁੰਦੀਆਂ ਨੇ। ਸਾਡੀ ਪਿੱਠ ਤੇ ਹੱਥ ਮਾਰਨ ਵਾਲੇ ਘੱਟ ਲੋਕ ਹੁੰਦੇ ਨੇ, ਸਾਡੀਆਂ ਜਿਹੜੀਆਂ ਨੁਕਤਾਚੀਨੀਆਂ ਹੁੰਦੀਆਂ ਨੇ, ਜਿਹੜੇ ਔਗੁਣ ਹੁੰਦੇ ਨੇ, ਉਹਨਾਂ ਨੂੰ ਦੇਖਣ ਵਾਲੇ ਕਈ ਲੋਕ ਹੁੰਦੇ ਨੇ। ਸਿੱਖ ਮੋਟਰਸਾਈਕਲ ਕਲੱਬ ਆਫ ਅੰਟੈਰੀਓ ਦਾ ਜਦੋਂ ਗਠਨ ਹੋਇਆ ਸੀ ਤਾਂ ਕੀ ਕੋਈ ਨੁਕਤਾਚੀਨੀ ਉਦੋਂ ਹੋਈ ਸੀ? ਕਿਉਂਕਿ ਇੱਕ ਅਹਿਮ ਥਾਂ ਦਵਾ ਦਿੱਤੀ ਗਈ ਹੈ, ਇਸ ਸਮੇਂ ਵਿੱਚ ਪੂਰੀ ਦੁਨੀਆ ਜਾਣਦੀ ਹੈਗੀ ਹੈ ਤੁਹਾਡੇ ਕਲੱਬ ਨੂੰ। ਤੁਹਾਨੂੰ ਕੀ ਲੱਗਦਾ ਇਹ ਜਿਹੜਾ ਰਾਹ ਸੀਗਾ 2008 ਤੋਂ ਸ਼ੁਰੂ ਹੋ ਗਿਆ, ਅੱਜ 2020 ਹੋ ਚੁੱਕਾ ਹੈ, 12 ਸਾਲ ਹੋ ਚੁੱਕੇ ਨੇ, ਇਹ 12 ਸਾਲ ਕਿੰਨੇ ਔਖੇ ਲੰਘੇ ਜਾਂ ਬਹੁਤ ਸੌਖੇ ਸੀ? ਇਹ ਸਿੱਖ ਮੋਟਰਸਾਈਕਲ ਕਲੱਬ ਦੀ ਖੁਸ਼ਕਿਸਮਤੀ ਮੈਂ ਕਹੂੰਗਾ ਜੀ। ਸਾਡੇ ਨਾਲ ਕਮਿਊਨਿਟੀ ਦਾ ਡੇ ਫਸਟ ਤੋਂ ਸਾਥ ਰਿਹਾ। ਕੀ ਕਹਿਣਾ, ਇੱਕਾ ਦੁੱਕਾ ਬੰਦਿਆਂ ਨੇ ਸਾਨੂੰ ਕੁਐਸਚਨ ਕੀਤਾ ਹੋਵੇ, ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਨਹੀਂ ਹੈਗੀ। ਬਹੁਤ ਲੋਕ ਨੇ ਜਿਨ੍ਹਾਂ ਨੂੰ ਬਾਈਕ ਤੋਂ ਡਰ ਲੱਗਦਾ, ਉਹਨਾਂ ਦੇ ਆਪਣੇ ਵਿਊਜ਼ ਹੁੰਦੇ ਨੇ, ਆਪਣਾ ਡਰ ਹੁੰਦਾ। ਪਰ ਜੀ ਅਸੀਂ ਖੁਸ਼ਕਿਸਮਤ ਹਾਂ, ਸਿੱਖ ਮੋਟਰਸਾਈਕਲ ਕਲੱਬ ਆਫ ਅੰਟੇਰੀਓ
ਸਿੱਖ ਮੋਟਰਸਾਈਕਲ ਕਲੱਬ ਆ ਜਿਹੜਾ ਉਹ ਕੈਨੇਡਾ ਵਾਈਡ ਕੰਮ ਕਰਦਾ। ਜੇ ਅਸੀਂ ਸਿੱਖ ਮੋਟਰਸਾਈਕਲ ਕਲੱਬ ਆਫ ਕੈਨੇਡਾ ਕਹੀਏ ਤਾਂ ਇਹ ਜ਼ਿਆਦਾ ਚੰਗੇ ਲੱਗੇਗਾ। ਜਦੋਂ ਵੀ ਸਾਡੇ ਕਲੱਬ ਦਾ ਕੋਈ ਵੀ ਮੈਂਬਰ ਜਾਂ ਅਹੁਦੇਦਾਰ ਸਿੱਖ ਮੋਟਰਸਾਈਕਲ ਕਲੱਬ ਦੀ ਗੱਲ ਕਰਦਾ ਤੇ ਉਹ ਸਿੱਖ ਮੋਟਰਸਾਈਕਲ ਕਲੱਬ ਵਰਲਡ ਵਾਈਡ ਦੀ ਗੱਲ ਕਰ ਰਿਹਾ ਹੁੰਦਾ। ਪਰ ਅਸੀਂ ਬੜੇ ਖੁਸ਼ਕਿਸਮਤ ਹਾਂ, ਸਾਨੂੰ ਸਾਡੇ ਜਿੰਨੇ ਵੀ ਲੋਕਲ ਆਰਗੇਨਾਈਜੇਸ਼ਨ ਨੇ, ਗੁਰਦੁਆਰਾ ਸਾਹਿਬਾਨ ਨੇ, ਕੌਂਸਲਸ ਨੇ, ਗੁਰਦੁਆਰਾ ਕਮੇਟੀਜ਼ ਨੇ, ਸਾਰਿਆਂ ਨੇ ਸਾਨੂੰ ਬਹੁਤ ਸਾਥ ਦਿੱਤਾ। 2008 ਤੋਂ ਜਦੋਂ ਅਸੀਂ ਸੰਘਰਸ਼ ਸ਼ੁਰੂ ਕੀਤਾ, ਤਕਰੀਬਨ 10 ਸਾਲ ਲੱਗੇ ਇਸ ਸੰਘਰਸ਼ ਦੇ ਵਿੱਚ ਸਾਨੂੰ ਰਿਜ਼ਲਟ, ਪੋਜ਼ਿਟਿਵ ਰਿਜ਼ਲਟ ਤੇ ਆਉਣ ਨੂੰ। ਉਹਦੇ ਵਿੱਚ ਕੁਦਰਤੀ ਗੱਲ ਆ ਵੀ ਪੈਸੇ ਦੀ ਵੀ ਲੋੜ ਸੀ ਤੇ ਹਿੰਮਤ ਦੀ ਵੀ ਲੋੜ ਸੀ। ਸਾਨੂੰ ਵੱਖ-ਵੱਖ ਤੌਰ ਤੇ ਜਦੋਂ ਵੀ ਮੀਡੀਆ ਕੋਲੇ ਗਏ ਜਾਂ ਅਸੀਂ ਲੋਕਲ ਆਰਗੇਨਾਈਜੇਸ਼ਨਾਂ ਕੋਲੇ ਗਏ, ਗੁਰਦੁਆਰਾ ਸਾਹਿਬਾਨਾਂ ਕੋਲੇ ਗਏ, ਸਾਰਿਆਂ ਨੇ ਸਾਨੂੰ ਭਰਪੂਰ ਸਹਿਯੋਗ ਦਿੱਤਾ। ਇੱਥੋਂ ਤੱਕ ਕਿ ਜਦੋਂ ਵੀ ਅਸੀਂ ਲੋਕਲ ਕਿਸੇ ਮੇਲੇ ਜਾਂ ਕਿਸੇ ਇਕੱਠ 'ਚ ਜਾਂਦੇ ਸੀ, ਕਿਸੇ ਸ਼ੋਅ 'ਚ ਜਾਂਦੇ ਸੀ, ਜਿਵੇਂ ਕੈਨੇਡਾ ਦੇ ਵਿੱਚ ਆਮ ਤੌਰ ਤੇ ਬਾਹਰ ਖੁੱਲੇ ਗਰਾਊਂਡਾਂ ਦੇ ਵਿੱਚ ਸ਼ੋਅਜ਼ ਹੁੰਦੇ ਨੇ, ਉੱਥੋਂ ਵੀ ਕਮਿਊਨਿਟੀ ਸਾਡੇ ਨਾਲ ਆ ਕੇ ਪਿਕਚਰਾਂ ਕਰਾਉਂਦੀ ਸੀ, ਸਾਨੂੰ ਹੌਸਲਾ ਅਫਜ਼ਾਈ ਕਰਦੇ ਸੀ। ਹਾਂ, ਕੁਐਸਚਨ ਵੀ ਕਰਦੇ ਸੀ। ਕਈ ਲੋਕਾਂ ਨੂੰ ਲੱਗਦਾ ਸੀ ਬਈ 10 ਸਾਲ ਹੋ ਗਏ ਇਹਨਾਂ ਨੂੰ ਸੰਘਰਸ਼ ਕਰਦਿਆਂ ਨੂੰ, ਬਈ ਇਹ ਇਸ ਤਰ੍ਹਾਂ ਹੋਏਗਾ ਨਹੀਂ। ਸਾਨੂੰ ਲੋਕ ਕਹਿੰਦੇ ਸੀ ਕੋਰਟ 'ਚ ਜਾਣਾ ਚਾਹੀਦਾ ਸੀ, ਕਹਿੰਦੇ ਜੀ ਨਹੀਂ, ਕੋਰਟ ਵਾਲਾ ਰਸਤਾ ਆਪਾਂ ਅਖਤਿਆਰ ਨਹੀਂ ਕਰਨਾ। ਪਰ 10 ਸਾਲ ਅਸੀਂ ਪੇਸ਼ੈਂਸ ਰੱਖੀ, ਵਰਕ ਕਰਦੇ ਰਹੇ। ਪ੍ਰਮਾਤਮਾ ਵਾਹਿਗੁਰੂ ਨੇ ਕਿਰਪਾ ਕੀਤੀ ਤੇ ਸਾਰੇ ਲੋਕਾਂ ਦੇ ਸਾਥ ਨਾਲ ਅਸੀਂ ਇਹ ਜਿੱਤ ਪ੍ਰਾਪਤ ਕੀਤੀ ਜੀ। ਬਿਲਕੁਲ। ਕੁਲਵਿੰਦਰ ਜੀ, ਜਿਵੇਂ ਲਖਵਿੰਦਰ ਜੀ ਕਹਿ ਰਹੇ ਨੇ ਕਿ ਕੋਰਟ ਦਾ ਰਸਤਾ ਅਖਤਿਆਰ ਨਹੀਂ ਕੀਤਾ, ਅਸੀਂ ਇੱਕ ਔਖੇ ਵਾਲੇ ਰਸਤੇ ਗਏ, ਆਪਣੀ ਗੱਲ ਸਮਝਾਈ, ਸਰਕਾਰਾਂ ਨੂੰ ਆਪਣੀ ਗੱਲ ਸਮਝਾਈ, ਸਰਕਾਰਾਂ ਬਦਲਦੀਆਂ ਗਈਆਂ, ਅਸੀਂ ਆਪਣੀ ਗੱਲ ਉਹਨਾਂ ਨਾਲ ਰੱਖਦੇ ਰਹੇ ਕਿ ਦਸਤਾਰ ਦੀ ਕਿੰਨੀ ਅਹਿਮੀਅਤ ਹੈਗੀ ਹੈ। ਜਦੋਂ ਇੱਕ ਬਾਈਕ ਅਸੀਂ ਚਲਾਉਂਦੇ ਹਾਂ ਉਦੋਂ ਦਸਤਾਰ ਦੀ ਕਿੰਨੀ ਅਹਿਮੀਅਤ ਹੁੰਦੀ ਹੈ, ਔਰ ਅਸੀਂ ਹੈਲਮਟ ਨਹੀਂ ਪਾ ਸਕਦੇ ਔਰ ਆਉਣ ਵਾਲੇ ਸਮੇਂ ਵਿੱਚ ਵੀ ਨਹੀਂ ਪਾਵਾਂਗੇ। ਇਹ ਗੱਲ ਸਮਝਾਣੀ ਸਰਕਾਰਾਂ ਨੂੰ ਕਿੰਨੀ ਕੁ ਔਖੀ ਸੀਗੀ ਕਿ ਉਹ ਸਮਝ ਪਾਏ ਦਸਤਾਰ ਦੀ ਅਹਿਮੀਅਤ, ਕਿਉਂਕਿ ਕੈਨੇਡਾ ਇੱਕ ਅਜਿਹਾ ਮੁਲਕ ਹੈ ਜਿੱਥੇ ਕਿ ਰੂਲਸ ਰੈਗੂਲੇਸ਼ਨਸ ਬਹੁਤ ਜ਼ਿਆਦਾ ਨੇ। ਰੂਲਸ ਦੀ ਉਲੰਘਣਾ ਜੇ ਸਜ਼ਾ ਵੀ ਦੇ ਕੇ ਦੇਖਿਆ ਜਾਏ ਤਾਂ ਬਹੁਤ ਜ਼ਿਆਦਾ ਹੁੰਦੀ ਹੈ, ਔਰ ਰੂਲਸ ਨੂੰ ਪਾਲਣ ਕਰਨਾ ਵੀ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ। ਜਦੋਂ ਅਸੀਂ ਦਸਤਾਰ ਦੀ ਗੱਲ ਕਰਦੇ ਆ ਨਾ, ਇਹ ਇੱਕ ਲੰਬੀ ਕਹਾਣੀ ਆ। ਜੀ ਤੁਹਾਡੀ ਨਿਗਾਹ 'ਚ ਆਈ ਹੋਊਗੀ, ਇੱਕ ਮੂਵੀ ਆਈ ਹੋਊਗੀ, ਡਾਕੂਮੈਂਟਰੀ ਸਟੋਰੀ ਆਫ ਟਰਬਨ। ਜੀ ਉਹ ਸਟੋਰੀ ਆਫ ਟਰਬਨ ਦੇ ਵਿੱਚ ਜਿਹੜਾ ਇਹੋ ਸੰਘਰਸ਼ ਸ਼ੁਰੂ ਹੋਇਆ, ਜਦੋਂ ਪਹਿਲਿਆਂ ਦਹਾਕਿਆਂ ਦੇ ਵਿੱਚ ਸਿੱਖ ਇੰਗਲੈਂਡ ਦੇ ਵਿੱਚ ਆਏ ਤਾਂ ਉੱਥੇ ਉਹ ਪ੍ਰੋਬਲਮ ਆਈ ਪਈ, ਉਹਨਾਂ ਨੂੰ ਦਸਤਾਰ ਬੰਨ੍ਹ ਕੇ ਤੁਸੀਂ ਬੱਸ ਨਹੀਂ ਚਲਾ ਸਕਦੇ, ਦਸਤਾਰ ਬੰਨ੍ਹ ਕੇ ਤੁਸੀਂ ਮੋਟਰਸਾਈਕਲ ਤਾਂ ਬਾਅਦ ਦੀ ਗੱਲ ਆ ਵੀ ਹੋਰ ਕਈ ਜਗ੍ਹਾ ਤੇ ਨਹੀਂ ਜਾ ਸਕਦੇ। ਸੋ ਉੱਥੇ ਉਹਨਾਂ ਨੂੰ, ਸਾਡੇ ਬਜ਼ੁਰਗਾਂ ਨੂੰ ਸੰਘਰਸ਼ ਕਰਨਾ ਪਿਆ। ਕਾਫੀ ਲੰਬਾ ਸੰਘਰਸ਼ ਉਹਨਾਂ ਨੇ ਇੰਗਲੈਂਡ 'ਚ ਕੀਤਾ। ਇਹਦੇ ਬਾਵਜੂਦ ਵੀ ਕਿ ਉਹ ਸੈਕੰਡ ਵਰਲਡ ਵਾਰ ਤੇ ਫਸਟ ਵਰਲਡ ਵਾਰ ਤੇ ਸੈਕੰਡ ਵਰਲਡ ਵਾਰ ਦੇ ਵਿੱਚ ਦਸਤਾਰਾਂ ਬੰਨ੍ਹ ਕੇ ਉਹਨਾਂ ਨੇ ਬ੍ਰਿਟਿਸ਼ ਦੇ ਨਾਲ, ਗੋਰਿਆਂ ਦੇ ਨਾਲ, ਉੱਥੇ ਇੰਗਲਿਸ਼ ਦੇ ਨਾਲ ਉਹ ਲੜਾਈਆਂ ਲੜੀਆਂ ਤੇ ਜਿੱਤ ਵੀ ਪ੍ਰਾਪਤ ਕੀਤੀ। ਤੇ ਉੱਥੇ ਵੀ ਉਹਨਾਂ ਨੂੰ ਇਹ ਸੰਘਰਸ਼ ਕਰਨਾ ਪਿਆ ਆਪਣੇ ਦੱਸਣ ਲਈ ਵੀ ਅਸੀਂ ਦਸਤਾਰ ਬੰਨ੍ਹਦੇ ਹਾਂ, ਸਾਡਾ ਇਹ ਕਲਚਰ ਹੈ, ਸਾਡੇ ਬਜ਼ੁਰਗ ਵੀ ਬੰਨ੍ਹਦੇ ਰਹੇ ਸ਼ੁਰੂ ਤੋਂ। ਸਾਡੇ ਲਈ ਦਸਤਾਰ ਇੱਕ ਕਰਾਊਨ ਦੀ ਤਰ੍ਹਾਂ ਇਹ ਆਪਾਂ ਸਿਰ ਤੇ ਸਜਾਉਂਦੇ ਹਾਂ। ਇੱਥੇ ਵੀ ਜਦੋਂ ਪਹਿਲਾਂ ਗੱਲ ਸ਼ੁਰੂ ਹੋਈ ਤਾਂ ਸੇਮ ਸੰਘਰਸ਼ BC ਵਾਲੇ ਸਿੰਘਾਂ ਨੂੰ ਕਰਨਾ ਪਿਆ। ਉਹਨਾਂ ਨੇ ਬੜਾ ਲੰਬਾ ਸੰਘਰਸ਼ ਕੀਤਾ ਇਹ ਗੱਲ ਸਮਝਾਉਣ ਨੂੰ। ਤੇ ਇੱਥੇ ਵੀ ਜਦੋਂ ਪਹਿਲਾਂ ਦਸਤਾਰ ਦੀ ਗੱਲ ਆਉਂਦੀ ਹੈ ਤਾਂ ਜਦੋਂ ਸਾਡੇ ਸਿੰਘ RCMP 'ਚ ਜਾਂਦੇ ਨੇ, ਜਿਹੜੇ RCMP 'ਚ ਗਏ ਜਾਂ OPP 'ਚ ਗਏ ਜਾਂ ਹੋਰ ਪੁਲਿਸ ਦੀਆਂ ਫੋਰਸਾਂ ਦੇ ਵਿੱਚ ਉਹਨਾਂ ਨੇ ਜੁਆਇਨ ਕਰਨਾ ਸੀ ਤਾਂ ਉਹਨਾਂ ਨੂੰ ਸੰਘਰਸ਼ ਲੜਨਾ ਪਿਆ ਕਿ ਅਸੀਂ ਦਸਤਾਰ ਬੰਨ੍ਹ ਕੇ ਹੀ ਜਾਵਾਂਗੇ, ਕਿਉਂਕਿ ਇਹ ਸਾਡੀ ਵਰਦੀ ਦਾ ਇੱਕ ਹਿੱਸਾ ਹੈ। ਜੀ ਇਹ ਤਾਂ ਲੌਬੀ ਕਰਦੇ ਆ ਇੱਥੇ, ਕਿਉਂਕਿ ਜਿਹੜਾ ਵੀ ਤੁਸੀਂ ਕੰਮ ਕਰਦੇ ਆ ਚੈਲੰਜੇਬਲ ਕੰਮ ਹੁੰਦਾ, ਉਹਦੇ ਤੁਹਾਨੂੰ ਚੈਲੰਜ ਤਾਂ ਆਉਂਦੇ ਆ ਉਹਨਾਂ ਨੂੰ ਸਮਝਾਉਣਾ, ਕਿਉਂਕਿ ਲੀਡਰ ਉਹ ਗੱਲ ਸੋਚਦੇ ਆ ਵੀ ਇਹ ਸੇਫ ਨਹੀਂ ਗੀ ਦਸਤਾਰ, ਹੈਲਮਟ ਸੇਫ ਆ। ਪਰ ਕੁਛ ਗੱਲਾਂ ਜਿਹੜੀਆਂ ਅਸੀਂ ਦਸਤਾਰ, ਕਿਉਂਕਿ ਅਸੀਂ ਹਰ ਵੇਲੇ ਸਾਡੀ ਯੂਨੀਫਾਰਮ ਦਾ ਹਿੱਸਾ, ਅਸੀਂ ਸਵੇਰੇ ਤਿਆਰ ਉੱਠ ਕੇ ਦਸਤਾਰ ਬੰਨ੍ਹ ਕੇ ਹੀ ਬਾਕੀ ਕੰਮਾਂ ਤੇ ਜਾਂਦੇ ਹਨ। ਹੌਲੀ ਹੌਲੀ ਇਸ ਗੱਲ ਨੂੰ ਉਹ ਅੰਡਰਸਟੈਂਡ ਉਹਨਾਂ ਨੇ ਕੀਤਾ ਵੀ ਇਹਨਾਂ ਦੇ ਇੱਕ ਲਾਈਫ ਦਾ ਇੱਕ ਪਾਰਟ ਆ ਦਸਤਾਰ ਜਿਹੜੀ। ਸੋ ਇਸ ਗੱਲ ਨੂੰ ਸਮਝਾਉਂਦਿਆਂ ਸੰਘਰਸ਼ ਤਾਂ ਲੱਗਿਆ, ਪਰ ਇਹਦੇ ਵਿੱਚ ਸਾਰੀਆਂ ਜਿਹੜੀਆਂ ਸੰਸਥਾਵਾਂ ਸੀ, ਹੋਰ ਜਿਹੜੇ ਲੋਕ ਸੀ, ਉਹਨਾਂ ਨੇ ਬਹੁਤ ਵਧੀਆ ਯੋਗਦਾਨ ਪਾਇਆ ਤੇ ਇਹ ਨੇਪਰੇ ਚੜ੍ਹ ਗਈ। ਕਈ ਵਾਰ ਲੀਡਰ ਮੁੱਕਰੇ ਵੀ ਇਸ ਗੱਲ ਤੋਂ, ਮੰਨ ਕੇ ਕੁਛ ਲੀਡਰ ਸੀਗੇ ਉਹ ਇਸ ਗੱਲ ਤੋਂ ਮੁੱਕਰੇ ਵੀ, ਪਰ ਲੇਟਰ ਔਨ ਜਿੱਦਾਂ ਸਾਡੇ ਪ੍ਰੀਮੀਅਰ ਡਗ ਫੋਰਡ ਆ, ਉਹਨਾਂ ਨੇ ਅੰਡਰਸਟੈਂਡ ਕੀਤੀ ਇਹ ਗੱਲ ਤੇ ਉਹਨਾਂ ਨੇ ਸਾਡੇ ਨਾਲ
ਸਿੱਖ ਕਮਿਊਨਿਟੀ ਦੇ ਨਾਲ ਮੋਢਾ ਲਾ ਕੇ ਇਹਨੂੰ ਪਾਸ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ। ਸੋ ਬੜਾ ਉਹ ਸ਼ਲਾਘਾਯੋਗ ਹੈ ਇਸ ਗੱਲ ਦੇ ਲਈ। ਠੀਕ ਹੈ ਖੁਸ਼ਵੰਤ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਤੁਹਾਡੇ ਮਾਧਿਅਮ ਨਾਲ ਦੱਸਣਾ ਚਾਹਾਂਗੇ ਕਿ ਇਸ ਸਮੇਂ ਕੈਨੇਡਾ ਵਿੱਚ ਜੇਕਰ ਉਹ ਬਾਈਕ ਚਲਾਉਂਦੇ ਨੇ ਤਾਂ ਕਿਹੜੀ ਉਹ ਥਾਂ ਹੈਗੀ ਹੈ ਜਿੱਥੇ ਕਿ ਹੈਲਮਟ ਇਸ ਸਮੇਂ ਸਿੱਖਾਂ ਲਈ ਕੰਪਲਸਰੀ ਹੁਣ ਨਹੀਂ ਰਿਹਾ। ਜੇ ਆਪਾਂ ਕੈਨੇਡਾ ਵਾਈਡ ਗੱਲ ਕਰੀਏ, ਕੈਨੇਡਾ ਵਾਈਡ ਬ੍ਰਿਟਿਸ਼ ਕੋਲੰਬੀਆ, ਮੈਨੀਟੋਬਾ, ਐਲਬਰਟਾ ਐਂਡ ਓਨਟਾਰੀਓ, ਇਹ ਜਿਹੜੀਆਂ 4 ਪ੍ਰੋਵਿੰਸਾਂ ਨੇ, ਇਹ 4 ਪ੍ਰੋਵਿੰਸਾਂ ਦੇ ਵਿੱਚ ਦਸਤਾਰ ਨੂੰ ਜੋ ਪੂਰਨ ਮਾਨਤਾ ਹੈਲਮਟ ਐਗਜ਼ੈਂਪਸ਼ਨ ਮਿਲ ਚੁੱਕੀ ਹੈ। ਇਸ ਟਾਈਮ ਤੇ ਨੋਵਾ ਸਕੋਸ਼ੀਆ ਐਂਡ ਸਸਕੈਚੁਆਨ ਐਂਡ ਕਿਊਬਿਕ ਸਿਟੀ, ਇਹ ਜਿਹੜੀਆਂ ਨੈਕਸਟ PI ਜਿਹੜੇ ਹੈਗੇ ਨੇ, ਇਹ ਜਿਹੜੇ ਪ੍ਰੋਵਿੰਸਸ ਨੇ, ਅਸੀਂ ਇਹਨਾਂ ਦੇ ਉੱਤੇ ਇਸ ਟਾਈਮ ਤੇ ਕੰਮ ਕਰ ਰਹੇ ਹਾਂ ਔਰ ਅਸੀਂ ਉਥੋਂ ਦੀਆਂ ਸਮੇਂ ਦੀਆਂ ਸਰਕਾਰਾਂ ਦੇ ਨਾਲ ਇਨ ਟੱਚ ਹਾਂ, ਕਿਉਂਕਿ ਅੰਟਾਰੀਓ ਦੇ ਵਿੱਚ ਅਸੀਂ ਸਾਰੇ ਦਸਤਾਵੇਜ਼, ਸਾਰੀਆਂ ਸਟੱਡੀਜ਼ ਕਰਵਾਈਆਂ ਸੀ ਔਰ ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਨੋਵਾ ਸਕੋਸ਼ੀਆ ਤੇ ਸਸਕੈਚੁਆਨ ਦੀਆਂ ਜੋ ਸਰਕਾਰਾਂ ਨੇ ਉਹ ਦਸਤਾਰ ਸਜਾ ਕੇ ਚਲਾਉਣ ਵਾਲੇ ਰਾਈਡਰਸ ਨੂੰ ਜੋ ਇਹ ਹੱਕ ਹੈ ਜਲਦ ਦੇਣਗੀਆਂ ਜੀ। ਪਰ ਉੱਥੇ ਜਿਹੜੀਆਂ ਸਰਕਾਰਾਂ ਹੈਗੀਆਂ ਕੀ ਉਹਨਾਂ ਨੂੰ ਸਮਝਾਉਣਾ ਕੀ ਔਖਾ ਹੋ ਰਿਹਾ, ਕਿਉਂਕਿ ਬਾਕੀਆਂ ਜੇਕਰ ਪ੍ਰੋਵਿੰਸਸ ਮੰਨ ਚੁੱਕੀਆਂ ਨੇ ਤਾਂ ਇਹ ਜਿਹੜੀਆਂ 2-3 ਪ੍ਰੋਵਿੰਸਸ ਹੈਗੀਆਂ ਨੇ ਇਹ ਕਿਉਂ ਨਹੀਂ ਮੰਨ ਪਾ ਰਹੀਆਂ? ਜਿਹੜੀਆਂ ਉਥੋਂ ਦੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨਸ ਨੇ, ਕਿਉਂਕਿ ਜਿਹੜੀਆਂ ਵੀ ਘੱਟ ਗਿਣਤੀਆਂ ਹੁੰਦੀਆਂ ਨੇ, ਮਿਨੋਰਿਟੀਜ਼ ਨੇ, ਉਹਨਾਂ ਨੂੰ ਆਪਣਾ ਪੱਖ ਰੱਖਣ ਲਈ ਟਾਈਮ ਲੱਗਦਾ ਹੈ। ਔਰ ਸਾਡੇ ਨਾਲ ਜਿਹੜੀ ਚੰਗੀ ਗੱਲ ਹੈ ਕਿ ਸਾਡੇ ਨਾਲ ਜਿਹੜੇ MPP ਸਹਿਬਾਨ ਨੇ ਨੋਵਾ ਸਕੋਸ਼ੀਆ ਸਸਕੈਚੁਆਨ ਦੇ, ਉਹ ਸਾਡੇ ਨਾਲ ਸਹਿਮਤ ਨੇ ਔਰ ਲੈਜਿਸਲੇਸ਼ਨ ਦੇ ਹੁਣ ਇਜਲਾਸ ਵੀ ਨਹੀਂ ਹੋ ਸਕੇ ਇਸ ਸਾਲ। ਬਿਲਕੁਲ ਹੀ ਜੋ ਉਹਨਾਂ ਦੇ ਵਰਕਿੰਗ ਸੀਗੀ ਲੈਜਿਸਲੇਚਰਸ ਦੀ ਉਹ ਨਹੀਂ ਹੋ ਸਕੀ, ਜਿਹਦੇ ਕਰਕੇ ਵੀ ਥੋੜੀ ਜਿਹੀ ਇਹ ਡਿਲੇ ਹੋਈ ਹੈ। ਅਸੀਂ ਆਸ ਕਰਦੇ ਹਾਂ ਕਿ ਜਲਦ ਹੀ ਜੋ ਅਸੀਂ ਉੱਥੋਂ ਦੇ ਸਰਕਾਰਾਂ ਨਾਲ ਇਨ ਟੱਚ ਹਾਂ, ਅਸੀਂ ਉਹਨਾਂ ਨੂੰ ਸਾਰੀਆਂ ਪੇਪਰ ਵਰਕ, ਸਾਰੇ ਫਾਈਲਸ ਉਹਨਾਂ ਨੂੰ ਭੇਜ ਰਹੇ ਹਾਂ ਔਰ ਜਲਦ ਹੀ ਜੋ ਇਹ ਹੱਕ ਹੈ ਉਹ ਸਾਨੂੰ ਕੌਮ ਨੂੰ ਉੱਥੇ ਜਲਦੀ ਮਿਲੇਗਾ ਨੋਵਾ ਸਕੋਸ਼ੀਆ ਤੇ ਸਸਕੈਚੁਆਨ ਦੇ ਵਿੱਚ ਜੀ। ਠੀਕ ਹੈ ਕੁਲਵਿੰਦਰ ਜੀ, ਇੱਥੇ ਤੁਹਾਡੇ ਤੋਂ ਜਾਣਨਾ ਚਾਹਾਂਗੇ, ਲਖਵਿੰਦਰ ਜੀ ਤੁਹਾਡੇ ਤੋਂ ਅਸੀਂ ਇੱਥੇ ਜਾਣਨਾ ਚਾਹਾਂਗੇ ਕਿ ਜਿਵੇਂ ਖੁਸ਼ਵੰਤ ਜੀ ਕਹਿ ਰਹੇ ਨੇ ਕਿ ਨੋਵਾ ਸਕੋਸ਼ੀਆ ਔਰ ਸਸਕੈਚੁਆਨ ਵਿੱਚ ਹਾਲੇ ਵੀ ਸਮਾਂ ਹੋਰ ਲੱਗ ਸਕਦਾ, ਇਹਦੇ ਵਿੱਚ ਤੁਸੀਂ ਕੁਝ ਐਡ ਆਨ ਕਰਨਾ ਚਾਹੋਗੇ ਕਿ ਕਿੱਥੇ ਮੁਸ਼ਕਲਾਂ ਪੇਸ਼ ਆ ਰਹੀਆਂ ਨੇ? ਦੇਖੋ ਜੀ, ਇਸ ਤਰ੍ਹਾਂ ਜਦੋਂ ਆਪਾਂ ਸਰਕਾਰਾਂ ਦੇ ਨਾਲ ਕੰਮ ਕਰਦੇ ਹਾਂ, ਜਿਹੜਾ ਅਸੀਂ ਫਾਰਮੂਲਾ ਓਨਟਾਰੀਓ ਦੇ ਵਿੱਚ ਵਰਤਿਆ ਸੀਗਾ, ਅਸੀਂ ਉਹ ਯੂਜ਼ ਕੀਤਾ ਸੀ, ਉਸੇ ਫਾਰਮੂਲੇ ਦੇ ਅੰਡਰ ਚੱਲ ਰਹੇ ਹਾਂ ਬਈ ਲੌਬੀ ਕਰਕੇ ਵੱਖ-ਵੱਖ ਸਰਕਾਰਾਂ ਦੇ ਨਾਲ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਤੇ ਉਹ ਮੈਨੂੰ ਲੱਗਦਾ ਵੀ ਅਸੀਂ ਕਾਮਯਾਬ ਹੋਵਾਂਗੇ। ਜਿਹੜੀ ਕਿਊਬਿਕ ਦੀ ਸਿਚੁਏਸ਼ਨ ਆ ਉਹ ਥੋੜੀ ਜਿਹੀ ਹੋਰ ਤਰ੍ਹਾਂ ਦੀ ਆ, ਪਰ ਮੈਨੂੰ ਲੱਗਦਾ ਨੋਵਾ ਸਕੋਸ਼ੀਆ ਤੇ ਸਸਕਾਚਵਨ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਸਾਨੂੰ ਆਸ ਆ ਵੀ ਇਹ ਸਿੱਕਾਂ ਨੂੰ ਹੱਕ ਮਿਲ ਜੂਗਾ, ਕਿਉਂਕਿ ਹੁਣ ਦਿਨੋਂ ਦਿਨ ਜਿੱਦਾਂ ਪੰਜਾਬ ਤੋਂ ਨਵੇਂ ਜੰਗ ਬੱਚੇ ਆ ਰਹੇ ਆ, ਸਾਡੇ ਨਾਲ ਜੁੜ ਰਹੇ ਨੇ, ਉਹ ਫਿਰ ਜਿਵੇਂ ਆਪਣੀ ਪਾਪੂਲੇਸ਼ਨ ਵੱਧਦੀ ਆ ਤਿਵੇਂ ਡਿਮਾਂਡ ਵੱਧਦੀ ਆ। ਵੱਖ-ਵੱਖ ਸਾਡੀਆਂ ਮੀਟਿੰਗਸ ਹੋ ਰਹੀਆਂ ਨੇ, ਮੈਂ ਦੁਬਾਰਾ ਵੀ ਨੋਵਾ ਸਕੋਸ਼ੀਆ ਜਾ ਰਿਹਾ ਨੈਕਸਟ ਮੰਥ, ਉੱਥੇ 1-2 ਮੀਟਿੰਗਸ ਹੈਗੀਆਂ, ਉਹ ਮੀਟਿੰਗਸ ਕਰਕੇ ਵੱਖ-ਵੱਖ ਫਿਰ ਉਹ ਜਿੱਦਾਂ ਹੁਣ ਕੋਵਿਡ ਦੱਸ ਕੇ ਹਟਿਆ ਖੁਸ਼ਵੰਤ ਸਿੰਘ, ਕੋਵਿਡ ਕਰਕੇ ਬਹੁਤ ਸਾਰੇ ਜਿਹੜੇ ਗੌਰਮੈਂਟ ਅਦਾਰੇ ਨੇ ਉਹ ਤਕਰੀਬਨ ਬੰਦ ਵਾਂਗ ਹੀ ਪਏ ਨੇ, ਤੇ ਨਹੀਂ ਤਾਂ ਲੋਕ ਜ਼ੂਮ ਤੇ ਵਗੈਰਾ ਕਰਦੇ ਨੇ, ਪਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਸਾਲ ਜਾਂ 2 ਸਾਲ ਦੇ ਵਿੱਚ ਇਹ ਹੱਕ ਸਸਕਾਚਵਨ ਤੇ ਨੋਵਾ ਸਕੋਸ਼ੀਆ ਦੇ ਵਿੱਚ ਬਹੁਤ ਜਲਦੀ ਮਿਲ ਜਾਏਗਾ ਜੀ। ਠੀਕ ਹੈ ਨਾਲ ਹੀ ਲਖਵਿੰਦਰ ਜੀ, ਕਿਹਨਾਂ ਸੂਬਿਆਂ ਵਿੱਚ ਸਿੱਖ ਮੋਟਰਸਾਈਕਲ ਕਲੱਬ ਆਫ ਅੰਟਾਰੀਓ ਨਹੀਂ ਬਲਕਿ ਹੁਣ ਤਾਂ ਮੈਂ ਕੈਨੇਡਾ ਕਹਾਂਗਾ ਕਿਉਂਕਿ ਤੁਸੀਂ ਕਿਹਾ ਇਹਨੂੰ ਕੈਨੇਡਾ ਕੋ ਤਾਂ ਜ਼ਿਆਦਾ ਵਧੀਆ ਲੱਗੇਗਾ, ਇਸ ਦਾ ਪਸਾਰ ਇਸ ਸਮੇਂ ਹੋ ਚੁੱਕਾ ਹੈ ਔਰ ਕੀ ਕੈਨੇਡਾ ਤੋਂ ਬਾਹਰ ਵੀ ਸੋਚਿਆ ਜਾ ਰਿਹਾ ਹੈ ਇਸ ਕਲੱਬ ਦੇ ਵਿਸਥਾਰ ਦੇ ਲਈ? ਲਖਵਿੰਦਰ ਜੀ ਲਖਵਿੰਦਰ ਜੀ ਆਵਾਜ਼ ਜੀ ਤੁਹਾਡੀ ਆਵਾਜ਼ ਪਹਿਲਾਂ ਨਹੀਂ ਪਹੁੰਚੀ ਸੀ, ਆਪਣੀ ਗੱਲ ਦੁਬਾਰਾ ਦੱਸੋ ਸਾਨੂੰ। ਮੈਂ ਕਿਹਾ ਜੀ ਵੀ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਦਾਂ ਆਸਟ੍ਰੇਲੀਆ, ਇੰਗਲੈਂਡ, ਕੈਨੇਡਾ, ਅਮਰੀਕਾ, ਵੱਖ-ਵੱਖ ਦੇਸ਼ਾਂ ਦੇ ਵਿੱਚ ਜਿੱਥੇ ਵੀ ਸਿੱਖ ਵਸਦੇ ਨੇ, ਉਹ ਮੋਟਰਸਾਈਕਲ ਇੱਕ ਪੈਸ਼ਨ, ਇਹ ਚਲਾਉਣਾ ਸ਼ੌਕ ਆ, ਸਾਡੀ ਨੈਸੈਸਿਟੀ ਨਹੀਂ ਹੈਗੀ ਇੱਥੇ, ਇਹ ਮਹਿੰਗਾ ਸ਼ੌਕ ਆ। ਜਿਹੜੇ ਸਿੰਘ ਮੋਟਰਸਾਈਕਲ ਚਲਾਉਣਾ ਲਾਈਕ ਕਰਦੇ ਨੇ, ਪਰ ਮੈਂ ਕਹਿੰਦਾ ਹੁੰਦਾ ਵੀ ਇਹ ਜਿਹੜਾ ਮੋਟਰਸਾਈਕਲ ਹੈ ਇਹ ਘੋੜਸਵਾਰੀ ਤੋਂ ਆਇਆ, ਘੋੜਸਵਾਰੀ ਸਾਡੇ ਖੂਨ ਦੇ ਵਿੱਚ ਸੀ, ਜਿੱਥੇ ਵੀ ਸਿੱਖ ਵਸਦੇ ਆ ਸਾਡਾ ਘੋੜਿਆਂ ਨਾਲ ਬੜਾ ਪਿਆਰ ਆ, ਇੱਥੇ ਆ ਕੇ ਲੋਹ ਘੋੜਿਆਂ ਦੇ ਨਾਲ ਸਾਡਾ ਪਿਆਰ ਹੋ ਗਿਆ। ਜਿਵੇਂ ਸਿੱਖ ਜਿੱਦਾਂ ਆਸਟ੍ਰੇਲੀਆ ਦੇ ਵਿੱਚ ਵੀ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ, ਉਹ ਸਿੰਘ ਜਿੰਨੀ ਉਹਨਾਂ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਅਸੀਂ ਭੇਜਦੇ ਰਹਿੰਦੇ ਆ, ਕਿਉਂਕਿ ਆਪਾਂ ਵੀ ਕੰਮਕਾਰ ਵਾਲੇ ਬੰਦੇ ਆ, ਆਪੋ ਆਪਣੇ ਕੰਟਰੀਆਂ ਦੇ ਆਪੋ ਆਪਣੇ ਦੇਸ਼ਾਂ ਦੇ ਪ੍ਰੋਵਿੰਸਸ ਦੇ ਲਾਜ਼ ਉਹਨਾਂ ਨੂੰ ਸਿੰਘਾਂ ਨੂੰ ਜ਼ਿਆਦਾ ਪਤਾ ਹੁੰਦਾ। ਪਰ ਸਿੱਖ ਮੋਟਰਸਾਈਕਲ ਕਲੱਬ ਦੇ
ਪਲੇਟਫਾਰਮ ਦੇ ਥੱਲੇ ਇਹ ਸੰਘਰਸ਼ ਲੜਿਆ ਜਾ ਰਿਹਾ ਜੀ। ਜਿੱਥੇ ਵੀ ਕਿਤੇ ਲੋੜ ਹੁੰਦੀ ਆ ਸਾਡੇ ਨਾਲ ਮੇਰਾ ਨੰਬਰ ਆਮ ਤੌਰ ਤੇ ਹੁੰਦਾ ਵੀ ਜੇ ਕਿਸੇ ਨੂੰ ਹਾਰਡ ਹੈਡ ਦੀ ਵੀ ਪ੍ਰੋਬਲਮ ਆਉਂਦੀ ਆ ਉਹ ਸਾਡੇ ਨਾਲ ਸੰਪਰਕ ਕਰੇ। ਵੈਸੇ ਅੰਟੇਰੀਓ ਦੇ ਵਿੱਚ ਤਾਂ ਇੱਕ ਫੋਨ ਕਰਨ ਦੇ ਨਾਲ ਹੀ ਮਸਲਾ ਹੱਲ ਹੋ ਜਾਂਦਾ ਹੁੰਦਾ। ਕਈ ਵਾਰੀ ਆਪਾਂ ਨਾ ਪ੍ਰੋਪਰਲੀ ਐਕਸਪਲੇਨ ਨਹੀਂ ਕਰ ਸਕਦੇ ਵੀ ਸਾਡੀ ਸਮੱਸਿਆ ਕੀ ਆ। ਤਾਂ ਮੈਂ ਨੋਟ ਕਰੀ ਆ ਇੱਕ ਉਹਨਾਂ ਸਿੰਘਾਂ ਨੂੰ ਪਿਛਲੇ 2 ਮਹੀਨੇ ਪਹਿਲਾਂ ਮੇਰੀ ਇੱਕ ਸਿੰਘ ਨਾਲ ਗੱਲ ਹੋਈ ਸੀ। ਉਹ ਕੀ ਸੀ ਵੀ ਉਹ ਕਦੇ ਟੋਪੀ ਵੀ ਲੈ ਕੇ ਚਲੇ ਜਾਂਦੇ ਸੀ ਤੇ ਉਹ ਸੁਪਰਵਾਈਜ਼ਰ ਦਾ ਕੁਐਸਚਨ ਸੀ ਵੀ ਜੇ ਟੋਪੀ ਲੈ ਸਕਦਾ ਹਾਰਡ ਹੈਟ ਵੀ ਲੈ ਸਕਦਾ, ਜੈਨੂਇਨ ਕੁਐਸਚਨ ਆ। ਪਰ ਮੈਂ ਜਿੰਨੀ ਵੀ ਸਿੱਖ ਸੰਗਤ ਸੁਣਦੀ ਆ, ਜੇ ਤੁਸੀਂ ਰੈਗੂਲਰ ਦਸਤਾਰ ਬੰਨ੍ਹਦੇ ਆ ਤਾਂ ਪ੍ਰੋਪਰ ਦਸਤਾਰ ਬੰਨ੍ਹ ਕੇ ਤਿਆਰ ਹੋ ਕੇ ਜਾਇਆ ਕਰੋ। ਇਹ ਤੁਸੀਂ ਜਦੋਂ ਘਰੋਂ ਨਿਕਲਦੇ ਆ ਨਾ, ਕਈ ਵਾਰੀ ਮੈਂ ਦੇਖਿਆ ਮੇਰੇ ਵੀਰ ਉਹ ਟੋਪੀ ਲੈ ਲੈਂਦੇ ਆ ਚਾਹੇ ਜਿੰਨੀ ਵੀ ਮਰਜ਼ੀ ਕਾਹਲੀ ਹੋਵੇ, ਦਸਤਾਰ ਸਜਾਉਣ ਨੂੰ 3 ਮਿੰਟ ਲੱਗਦੇ ਆ ਜੀ। ਤੇ ਜੇ ਤੁਸੀਂ ਵੱਡੀ ਦਸਤਾਰ ਨਹੀਂ ਕਰ ਸਕਦੇ, ਛੋਟੀ ਪ੍ਰੋਪਰ ਆਪਾਂ ਨੂੰ ਡਰੈਸ ਅਪ ਹੋ ਕੇ ਬਾਹਰ ਜਾਣਾ ਚਾਹੀਦਾ, ਚੰਗਾ ਮੈਸੇਜ ਦੇਣਾ ਚਾਹੀਦਾ। ਦੇਖੋ ਮੈਂ ਹੁਣ ਵੀ ਮੈਂ ਕੰਮ ਤੇ ਆ, ਇਹ ਸਿੰਘ ਤਿੰਨੋਂ ਮੇਰੇ ਨਾਲ ਖੁਸ਼ਵੰਤ ਸਿੰਘ ਤੇ ਪੰਗੂ, ਸਾਡੇ ਦਿਨ ਦਾ ਟਾਈਮ ਆ 12 ਵਜੇ ਦੁਪਹਿਰ ਦੇ ਟਿਊਜ਼ਡੇ ਦੇ, ਅਸੀਂ ਕੰਮ ਤੇ ਆ। ਅਸੀਂ ਇਸ ਤਰ੍ਹਾਂ ਹੀ ਕੰਮ ਤੇ ਰੈਡੀ ਹੋ ਕੇ ਜਾਂਦੇ ਆ। ਅਸੀਂ ਇਨਕਰੇਜ ਕਰਦੇ ਆ ਜਿੰਨੇ ਵੀ ਸਾਡੇ ਵੀਰ ਜੰਗ ਭੈਣ ਭਰਾ ਮਿਲਦੇ ਆ, ਈਵਨ ਕਿ ਅਸੀਂ ਟੋਕ ਵੀ ਦਿੰਦੇ ਆ ਜੇ ਕੋਈ ਸਾਨੂੰ ਲੱਗੇ ਵੀ ਯਾਰ ਨਹੀਂ ਪ੍ਰੋਪਰ ਦਸਤਾਰ ਸਜਾ ਕੇ ਜਾਇਆ ਕਰੋ। ਜੇ ਆਪਾਂ ਆਪਣੇ ਪਹਿਰਾਵੇ ਦੇ ਪੂਰੇ ਚੰਗੀ ਤਰ੍ਹਾਂ ਸਜਦੇ ਹੋਵਾਂਗੇ, ਕਿਉਂਕਿ ਅਸੀਂ ਵਿਜ਼ੀਬਲ ਕਮਿਊਨਿਟੀ ਆ, ਸਾਡਾ ਮੈਸੇਜ ਬੜਾ ਦੂਰ ਤੱਕ ਜਾਂਦਾ। ਇਦਾਂ ਹੀ ਜਦੋਂ ਹੁਣ ਅਸੀਂ ਰਾਈਡ ਕਰਕੇ ਹਟੇ ਆ ਸੰਡੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਜਸਵੰਤ ਸਿੰਘ ਖਾਲੜਾ ਨੂੰ ਸਮਰਪਿਤ ਇਹ ਰਾਈਡ ਜਿੱਦਾਂ ਕਸਬਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਗਈ, ਲੋਕਾਂ ਨੇ ਸਾਡੇ ਨਾਲ ਗੱਲ ਕੀਤੀ, ਪਿਕਚਰਾਂ ਕਰਾਈਆਂ। ਕਿਉਂਕਿ ਅਟਰੈਕਟਿਵ ਆ ਜਦੋਂ ਅਸੀਂ ਦਸਤਾਰ ਬੰਨ੍ਹ ਕੇ ਵਧੀਆ ਯੂਨੀਫਾਰਮ ਪਾ ਕੇ ਚੰਗੇ ਮੋਟਰਸਾਈਕਲਾਂ ਤੇ ਜਾਂਦੇ ਆ ਡਿਸਪਲਿਨ ਦੇ ਵਿੱਚ, ਤਾਂ ਲੋਕ ਸਾਨੂੰ ਐਪਰੀਸ਼ੀਏਟ ਕਰਦੇ ਆ। ਉਹ ਮੈਸੇਜ ਬੜਾ ਲਾਊਡਲੀ ਸਪਰੈਡ ਹੁੰਦਾ ਜੀ। ਬਿਲਕੁਲ। ਕੁਲਵਿੰਦਰ ਜੀ, ਇਸ ਗੱਲ ਨਾਲ ਤੁਸੀਂ ਇਤਫਾਕ ਰੱਖਦੇ ਹੋ ਕਿ ਜਿਵੇਂ ਲਖਵਿੰਦਰ ਜੀ ਨੇ ਕਿਹਾ ਹੈਗਾ ਕਿ ਇਹ ਇੱਕ ਮਹਿੰਗਾ ਸ਼ੌਂਕ ਹੈ, ਸੋ ਨੌਜਵਾਨ ਤੁਹਾਨੂੰ ਦੇਖ ਕੇ ਇੰਪ੍ਰੈਸ ਵੀ ਹੁੰਦੇ ਨੇ, ਤੁਹਾਡੇ ਨਾਲ ਜੁੜਨਾ ਵੀ ਚਾਹੁੰਦੇ ਨੇ ਸਿੱਖ ਨੌਜਵਾਨ, ਪਰ ਕਿਤੇ ਨਾ ਕਿਤੇ ਉਹ ਆਪਣੇ ਹੱਥ ਪਿੱਛੇ ਖਿੱਚ ਲੈਂਦੇ ਨੇ ਕਿ ਨਹੀਂ ਮੈਨੂੰ ਮਹਿੰਗਾ ਸ਼ੌਂਕ, ਮੇਰੇ ਕੋਲ ਇੰਨੇ ਪੈਸੇ ਨਹੀਂ ਹੈਗੇ, ਇੰਨਾ ਮੈਂ ਤਾਂ ਅੰਜਾਮ ਰੱਖ ਨਹੀਂ ਸਕਦਾ, ਇੰਨੀ ਬਾਈਕ ਮੇਰੇ ਕੋਲ ਮੈਂ ਅਫੋਰਡ ਨਹੀਂ ਕਰ ਸਕਦਾ, ਇਸ ਕਰਕੇ ਮੈਂ ਇਸ ਜਿਹੜੀ ਸੰਸਥਾ ਨਾਲ ਮੇਰੇ ਦਿਲੋਂ ਤਾਂ ਜੁੜ ਸਕਦਾ ਲੇਕਿਨ ਮੈਂ ਪੈਸੇ ਕਰਕੇ ਨਹੀਂ ਜੁੜ ਪਾਉਂਦਾ। ਉਹਨਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਇਹ ਦੇਖੋ ਮਹਿੰਗਾ ਸ਼ੌਕ ਲਖਵਿੰਦਰ ਚੇਅਰਮੈਨ ਸਾਹਿਬ ਨੇ ਕਿਹਾ, ਪਰ ਇਹ ਦੇਖੋ ਬਾਈਕ ਜਿਹੜੇ ਆ 30,000 50,000 ਲੱਖ ਡਾਲਰ ਦੇ ਵੀ ਹੈਗੇ ਆ, ਪਰ ਜਿਹਨੇ ਸਟਾਰਟ ਕਰਨਾ ਉਹਦੇ ਲਈ 5,000 ਦਾ ਬਾਈਕ 6,000 ਦਾ ਬਾਈਕ ਜਿਹੜਾ ਰੀਜ਼ਨੇਬਲ ਮਿਲ ਜਾਂਦਾ ਹੈਗਾ ਤੇ ਉਹ ਅਫੋਰਡੇਬਲ ਲਈ ਆ। ਉਹਦੇ ਵਿੱਚ ਤੁਸੀਂ ਹਰ ਤਰ੍ਹਾਂ ਦੀ ਅਫੋਰਡੇਬਿਲਟੀ, ਆਮ ਜਿਹੜਾ ਬੰਦਾ ਕੰਮ ਕਰਦਾ ਯੰਗ ਪਰਸਨ ਉਹ ਇੰਨਾ ਕੁ ਆਪਣਾ ਸ਼ੌਂਕ ਜਿਹੜਾ ਅਫੋਰਡ ਕਰ ਲੈਂਦਾ, ਕਿਉਂਕਿ ਜਿੰਨੀ ਜਿਮ ਦੀ ਮੈਂਬਰਸ਼ਿਪ ਹੁੰਦੀ ਆ, ਜਿੱਦਾਂ ਇਹਨਾਂ ਨੇ ਕਿਹਾ ਇੱਕ ਮਹਿੰਗਾ ਸ਼ੌਕ ਹੈ, ਇੱਕ ਹੌਬੀ ਦੀ ਤਰ੍ਹਾਂ ਇੱਥੇ ਲੋਕ ਇਹਨੂੰ ਰਨ ਕਰਦੇ ਨੇ ਬਾਈਕ ਰਾਈਡਿੰਗ ਨੂੰ। ਸੋ ਇਹਦੇ ਵਿੱਚ ਉਹ ਜਦੋਂ ਬੰਦੇ ਸਾਡੇ ਨਾਲ ਆ ਕੇ ਮਿਲਣਗੇ ਤੇ ਆਪਾਂ ਵਿੱਚੋਂ ਕਲੱਬ ਦੇ ਵਿੱਚ ਵੀ ਕਈ ਵਾਰੀ ਕੋਈ ਬਾਈਕ ਜਿਹੜੇ ਆ, ਪਹਿਲਾ ਬਾਈਕ ਜਿਹੜਾ ਤੁਸੀਂ ਥੋੜ੍ਹਾ ਹਲਕਾ ਲੈਂਦੇ ਆ ਟ੍ਰੇਨਿੰਗ ਬਾਈਕ, ਉਹਦੇ ਨਾਲ ਫਿਰ ਉਹ ਬਾਈਕ ਜਿਹੜੇ ਆ ਗਾਂਹ ਤੋਂ ਗਾਂਹ ਅਸੀਂ ਐਕਸਚੇਂਜ ਵੀ ਕਰ ਲੈਂਦੇ ਆ, ਉਹ ਸਸਤੇ ਉਹਨਾਂ ਨੂੰ ਮਿਲ ਜਾਂਦੇ ਆ ਕਲੱਬ ਦੇ ਵਿੱਚੋਂ ਹੀ। ਸੋ ਇਹ ਕੋਈ ਨਹੀਂ, ਕੋਈ ਜੇ ਚਾਹਵਾਨ ਸੱਜਣ ਹੋਣ ਜਿਹੜੇ ਵਾਕਿਆ ਹੀ ਆਪਣੇ ਰੂਲਸ ਨੂੰ ਫੋਲੋ ਕਰਦੇ ਹੋਏ ਸੇਫਟੀ ਦੇ ਨਾਲ ਰਾਈਡ ਕਰਨਾ ਚਾਹੁੰਦੇ ਆ, ਉਹ ਸਾਡੇ ਨਾਲ ਕਿਤੇ ਵੀ ਬੈਠ ਸਕਦੇ ਆ ਕੇ, ਤੇ ਆਪਾਂ ਹਰ ਤਰ੍ਹਾਂ ਦੀ ਉਹਨਾਂ ਦੀ ਸਪੋਰਟ ਕਰਾਂਗੇ। ਸਾਨੂੰ ਕਈ ਡੀਲਰਸ਼ਿਪ ਇੱਦਾਂ ਦੀਆਂ ਹੈਗੀਆਂ ਜਿਹੜੀਆਂ ਇਹਨਾਂ ਨੂੰ ਡਿਸਕਾਊਂਟ ਵੀ ਦਿੰਦੀਆਂ ਹੈਗੀਆਂ ਸਿੱਖ ਮੋਟਰਸਾਈਕਲ ਕਲੱਬ ਨੂੰ ਇਸ ਬਿਹਾਫ ਤੇ। ਸੋ ਇਹਦੇ ਵਿੱਚ ਹਰ ਤਰ੍ਹਾਂ ਦੀ ਸਪੋਰਟ ਉਹਨਾਂ ਨੌਜਵਾਨਾਂ ਨੂੰ, ਚਾਹੇ ਈਵਨ ਲੇਡੀਜ਼ ਲੜਕੀਆਂ ਜੇ ਉਹ ਵੀ ਇਸ ਸ਼ੌਂਕ ਦੇ ਵਿੱਚ ਆਉਣਾ ਚਾਹੁੰਦੀਆਂ ਹਨ, ਕਈ ਲੜਕੀਆਂ ਵੀ ਸਾਡੇ ਨਾਲ ਰਾਈਡ ਕਰਦੀਆਂ ਨੇ। ਸੋ ਇਹ ਸੇਮ ਹੀ ਹੈ, ਬॉयਜ਼ ਔਰ ਗਰਲਸ ਡਜ਼ਨਟ ਮੈਟਰ। ਜੇ ਤੁਹਾਡੇ ਕੋਈ ਸ਼ੌਂਕ ਹੈ ਤੇ ਅਸੀਂ ਹਰ ਤਰ੍ਹਾਂ ਦੇ ਨਾਲ ਇਹਦੇ ਵਿੱਚ ਉਹਨਾਂ ਦੇ ਨਾਲ ਬੈਠ ਕੇ ਸਪੋਰਟ ਕਰ ਸਕਦੇ ਹਾਂ। ਬਿਲਕੁਲ। ਔਰ ਜੇਕਰ ਜਿਵੇਂ ਹੁਣ ਤੁਸੀਂ ਕਿਹਾ ਹੈਗਾ ਕਿ ਇੱਕ ਬਾਈਕ ਤਾਂ ਜ਼ਰੂਰੀ ਹੈ ਹੀ ਹੈ ਇਸ ਸੰਸਥਾ ਨਾਲ ਜੁੜਨ ਦੇ ਲਈ, ਹੋਰ ਕਿਹੜੀਆਂ ਤੁਸੀਂ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਹੋਈਆਂ? ਕੋਈ ਤੁਹਾਡੇ ਨਾਲ ਜੁੜਨਾ ਚਾਹੇ ਤਾਂ ਕਿਹੜੇ ਨਿਯਮਾਂ ਨੂੰ ਉਹਨੇ ਫੋਲੋ ਕਰਨਾ ਪਏਗਾ? ਕੀ ਹੋਣਾ ਚਾਹੀਦਾ ਉਸ ਸ਼ਖਸ ਦੇ ਅੰਦਰ? ਕੁਲਵਿੰਦਰ ਜੀ। ਇੱਕ ਤਾਂ ਜੀ ਜੇ ਕੋਈ ਚਾਹਵਾਨ ਆ ਇਸ ਰਸਤੇ ਤੇ ਜਾਣ ਨੂੰ, ਅਜੇ ਉਹਨੇ ਲਾਇਸੈਂਸ ਨਹੀਂ ਲਿਆ, ਬਾਈਕ ਨਹੀਂ ਲਿਆ, ਉਹ ਸਾਡੇ ਨਾਲ ਜੁੜ ਸਕਦੇ ਨੇ। ਹੋਰ ਕਈ ਤਰ੍ਹਾਂ ਦੇ ਕੰਮ ਹੁੰਦੇ ਹਨ ਜਿਹੜੇ ਕਰ ਸਕਦੇ ਨੇ।
ਲੇਟਰ ਔਨ ਅਸੀਂ ਉਹਨਾਂ ਨੂੰ ਸਲੋਲੀ ਵੀ ਵਿਲ ਗੈਟ them ਟੂ ਰਿਟਨ ਟੈਸਟ ਐਗਜ਼ਾਮ ਦੇਣਗੇ ਆਪਣਾ ਉਹ। ਉਸ ਤੋਂ ਬਾਅਦ ਉਹ ਆਪਣਾ M1 M2 ਮਿਲੇਗਾ ਉਹਨਾਂ ਨੂੰ, M1 M2 ਤੇ M ਲਾਇਸੈਂਸ ਸਟੈਪ ਵਾਈਜ਼ ਜਿੱਦਾਂ ਕਾਰ ਦਾ ਲਾਇਸੈਂਸ ਲੈਂਦੇ ਹਨ। ਤੇ ਨਾਲ ਦੀ ਨਾਲ ਮੋਟਰਸਾਈਕਲ ਵੀ ਉਹਨਾਂ ਨੂੰ ਲੈਣ ਦੇ ਵਿੱਚ ਅਸੀਂ ਮਦਦ ਕਰਾਂਗੇ। ਸੋ ਰਿਕੁਆਇਰਮੈਂਟ ਇਹੀ ਹੈ ਕਿ ਜੇ ਕੋਈ ਚਾਹਵਾਨ ਹੈ ਰਾਈਡ, ਉਹ ਸ਼ੌਂਕ ਰੱਖਦੇ ਨੇ, ਤੇ ਉਹਦਾ ਜੇ ਕੋਈ ਐਜ਼ ਏ ਸਪੋਰਟਰ ਵੀ ਸਾਡੇ ਨਾਲ ਕੰਮ ਕਰਨਾ ਚਾਹੁੰਦਾ ਤੇ ਨਾਟ ਅ ਪ੍ਰੋਬਲਮ, ਦੇ ਕੈਨ ਕਮ ਟੂ ਸਾਡੇ ਨਾਲ। ਕਈ ਵਾਰੀ ਹੁਣ ਕੱਲ੍ਹ ਸਾਡੇ ਨਾਲ ਇੱਕ ਫੈਮਿਲੀ ਆ, ਉਹ ਗਏ, ਉਹ ਸਾਡੇ ਨਾਲ ਕਾਰ ਤੇ ਨਾਲ ਗਏ ਆਪਣੇ SUV ਤੇ। ਸੋ ਸਾਡੇ ਨਾਲ ਕੁਛ ਜੀਪਾਂ ਵਾਲੇ ਵੀ ਕੱਲ੍ਹ ਸਿੰਘ ਆਏ ਸੀ, ਉਹਨਾਂ ਨੇ ਵੀ ਕੁਛ ਦੇਰ ਤੱਕ ਰਾਈਡ ਕੀਤੀ, ਕੁਛ ਦੂਰ ਤੱਕ, ਕਿਉਂਕਿ ਜਦੋਂ ਤੁਸੀਂ ਕਿਤੇ ਜਾਂਦੇ ਹਾਂ ਇੱਕ ਕਿਸਮ ਦਾ ਇੱਕ ਕਾਫਲਾ ਬਣ ਕੇ ਤੁਸੀਂ ਤੁਰਦੇ ਹਾਂ ਤੇ ਲੁਕਸ ਗੁੱਡ ਔਨ ਇਟ। ਕੱਲ੍ਹ ਦੀ ਰਾਈਡ ਦੇ ਵਿੱਚ ਈਵਨ ਸਾਰੇ ਅਫੀਸ਼ੀਅਲ ਵੀ ਇੱਥੇ ਆਏ ਸਨ, ਮੇਅਰ ਪੈਟਰਿਕ ਬਰਾਊਨ ਤੇ ਹੋਰ ਕਈ ਸੱਜਣ MPPs ਤੇ MPs ਸਾਰੇ ਉੱਥੇ ਪਹੁੰਚੇ ਹੋਏ ਸਨ। ਤੇ ਉਹ ਇਹਦੇ ਵਿੱਚ ਇਹ ਆ ਕਿ ਜੇ ਵਾਕਈ ਉਹਨਾਂ ਦੇ ਅੰਦਰ ਚਾਅ ਹੈ ਇੱਦਾਂ ਦੇ ਕੁਛ ਕਰਨ ਦਾ, ਤੇ ਦੇ ਕੈਨ ਕਮ ਐਂਡ ਜੁਆਇਨ ਅਸ, ਨੋ ਪ੍ਰੋਬਲਮ। ਠੀਕ ਹੈ। ਖੁਸ਼ਵੰਤ ਜੀ, ਤੁਹਾਡੇ ਤੋਂ ਅਸੀਂ ਜਾਣਨਾ ਚਾਹਾਂਗੇ, ਬੀਤੇ ਦਿਨ ਜਿਹੜੀ ਰਾਈਡ ਕੱਢੀ ਗਈ ਸੀ 6 ਸਤੰਬਰ ਦਾ ਦਿਨ ਸੀ, ਐਤਵਾਰ ਦਾ ਦਿਨ ਸੀ, ਔਰ ਬੜੀ ਵੱਡੀ ਗਿਣਤੀ 'ਚ ਤੁਹਾਡੇ ਨਾਲ ਲੋਕ ਵੀ ਜੁੜੇ ਸੀਗੇ। ਆਖਰ ਕਿਸ ਮਕਸਦ ਨਾਲ ਇਹ ਰਾਈਡ ਕੱਢੀ ਗਈ ਸੀ ਔਰ ਰਾਈਡ ਕਿੱਥੋਂ ਦੀ ਨਿਕਲ ਕੇ ਗਈ? ਕਿਸ ਤਰ੍ਹਾਂ ਦਾ ਉਤਸ਼ਾਹ ਲੋਕਾਂ ਵਿੱਚ ਵਿਖਾਈ ਦਿੱਤਾ? ਕਿਉਂਕਿ ਕੋਵਿਡ-19 ਦਾ ਸਮਾਂ ਵੀ ਚੱਲ ਰਿਹਾ ਹੈ, ਕਈ ਨਿਯਮ ਜਿਹੜੇ ਨੇ ਉਹ ਫੋਲੋ ਵੀ ਕਰਨੇ ਪੈਣਗੇ, ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੇ, ਹੋਰ ਵੀ ਕਈ ਤਮਾਮ ਨਿਯਮ ਨੇ। ਜੀ ਬਿਲਕੁਲ, ਜਿਵੇਂ ਸਿੱਖ ਮੋਟਰਸਾਈਕਲ ਕਲੱਬ ਨੇ ਪਿਛਲੇ ਸਮੇਂ ਦੇ ਵਿੱਚ ਕੈਨੇਡੀਅਨ ਕੈਂਸਰ ਸੁਸਾਇਟੀ ਵਾਸਤੇ ਅਸੀਂ ਰਾਈਡ ਕਰਕੇ $1.5 ਲੱਖ ਪਲੱਸ ਅਸੀਂ ਉਹਨਾਂ ਲਈ ਫੰਡ ਰੇਜ਼ ਕੀਤਾ। ਉਸ ਤੋਂ ਬਾਅਦ ਡਾਇਬਟੀਜ਼ ਕੈਨੇਡਾ ਵਾਸਤੇ $50,000 ਪਲੱਸ ਅਸੀਂ ਰੇਜ਼ ਕੀਤਾ। ਬ੍ਰੈਸਟ ਕੈਂਸਰ ਅਵੇਅਰਨੈਸ ਰਾਈਡ ਕੀਤੀ। ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਅਸੀਂ 45 ਦਿਨਾਂ ਦੇ ਵਿੱਚ 19 ਮੁਲਕਾਂ ਦਾ ਸਫ਼ਰ ਤੈਅ ਕੀਤਾ। ਕੈਨੇਡਾ ਦੀ ਧਰਤੀ ਤੋਂ ਚੱਲ ਕੇ ਸੁਲਤਾਨਪੁਰ ਲੋਧੀ ਵਿਖੇ ਨਤਮਸਤਕ ਹੋਏ। ਉਸ ਤੋਂ ਬਾਅਦ ਅਸੀਂ ਕੈਨੇਡਾ ਐਂਡ US ਦੇ ਰਿਲੇਸ਼ਨਸ਼ਿਪਸ ਦੇ ਉੱਤੇ ਪੀਸ ਐਂਡ ਹਾਰਮਨੀ ਰਾਈਡ ਬੀਟਵੀਨ ਦੀ ਅਕ੍ਰੋਸ ਬਾਰਡਰਸ ਅਸੀਂ ਕੀਤੀ ਜੀ। ਅਸੀਂ ਟੌਏ ਰਾਈਡ ਫॉर ਡੈਡ, ਇਹ ਜਿਹੜੀਆਂ ਰਾਈਡ ਨੇ ਆਲਵੇਜ਼ ਰਾਈਡ ਵਿਦ ਅ ਕਾਜ਼ ਅਸੀਂ ਕੀਤਾ। ਹੁਣ ਜਿਹੜੀ ਰਾਈਡ ਅਸੀਂ ਕੱਲ ਸੰਡੇ ਨੂੰ ਜਿਹੜੀ ਅਸੀਂ ਰਾਈਡ ਕੀਤੀ, ਅਸੀਂ ਤਕਰੀਬਨ 500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਨੂੰ ਸਮਰਪਿਤ ਸੀ। ਔਰ ਉਸ ਦੇ ਨਾਲ ਹੀ ਵੈਨਕੂਵਰ ਤੋਂ ਬਾਅਦ ਬਰੈਂਪਟਨ, ਇੱਕ ਮੈਂ ਕਹਾਂਗਾ ਭਾਗਾਂ ਭਰਿਆ ਸ਼ਹਿਰ ਹੈ, ਜਿੱਥੋਂ ਦੇ ਮੇਅਰ ਪੈਟਰਿਕ ਬਰਾਊਨ ਹੋਣਾ ਨੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਜੋ ਕੌਮ ਦਾ ਮਾਣ ਨੇ, ਉਹਨਾਂ ਦਾ ਜੋ 6 ਸਤੰਬਰ ਦਾ ਦਿਨ ਆ, ਉਹ ਲਾਈਫ ਟਾਈਮ ਉਹ ਦਿਨ ਉਹਨਾਂ ਦੇ ਯਾਦ ਨੂੰ ਸਮਰਪਿਤ ਕਰ ਦਿੱਤਾ ਸੀ। ਸੋ ਜਿਹੜੀ ਉਹਦੀ ਆਫੀਸ਼ੀਅਲੀ ਥੈਂਕਿੰਗ ਟੂ ਦਾ ਮੇਅਰ ਪੈਟਰਿਕ ਬਰਾਊਨ, ਅਸੀਂ ਉਹਨਾਂ ਨੂੰ ਕੱਲ ਉੱਥੇ ਸੱਦ ਕੇ ਇਹ 2 ਕਾਜ਼ਾਂ ਨੂੰ ਅਸੀਂ ਰਾਈਡ ਸਮਰਪਿਤ ਕੀਤੀ ਸੀ, ਜਿਹਦੇ ਵਿੱਚ ਕੱਲ ਸਾਡੇ ਕੋਲ ਫੈਡਰਲ, ਪ੍ਰੋਵਿੰਸ਼ੀਅਲ ਅਤੇ ਸਿਟੀ ਜੋ ਸਾਡੀ ਲੈਵਲ ਹੈ, ਤਿੰਨਾਂ ਸਰਕਾਰਾਂ ਦੇ ਲੈਵਲ ਦੇ ਨੁਮਾਇੰਦੇ ਪਹੁੰਚੇ ਸਨ, ਸਾਰੀਆਂ ਪਾਰਟੀਆਂ ਤੋਂ, ਲਿਬਰਲ, PC ਪਾਰਟੀ ਅਤੇ NDP ਤੋਂ। ਸੋ ਜੋ ਇਹ 500 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ, ਸਾਡੇ ਕੋਲੇ ਆਲਮੋਸਟ 30 ਪਲੱਸ ਰਾਈਡਰ ਸੀ, ਔਰ ਇਹ ਜੋ ਇੱਕ ਕਾਫਲਾ ਬਣ ਕੇ ਚੱਲਿਆ, ਰਾਈਡ ਫਲੈਗ ਆਫ ਹੋਈ। ਸੋ ਅਸੀਂ ਇਸੇ ਤਰੀਕੇ ਨਾਲ ਹੀ ਜਿਵੇਂ ਪਹਿਲਾਂ ਚੈਰਿਟੀਆਂ ਵਾਸਤੇ ਰਾਈਡਸ ਕੀਤੀਆਂ ਨੇ, ਕੱਲ੍ਹ ਵਾਲੀ ਰਾਈਡ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਨੂੰ ਸਮਰਪਿਤ ਸੀ। ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਅਸੀਂ ਰਾਈਡ ਹੈ ਉਹ ਵਿਦ ਅ ਕਾਜ਼ ਫॉर ਅ ਕਾਜ਼ ਕਰਾਂਗੇ ਜੀ। ਬਿਲਕੁਲ ਠੀਕ ਹੈ। ਲਖਵਿੰਦਰ ਜੀ, ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ ਕਿ ਕੈਨੇਡਾ ਦੇ ਵੱਖ-ਵੱਖ ਚੈਪਟਰਸ ਨੇ ਜਿੱਥੇ ਤੁਹਾਡਾ ਬਹੁਤ ਵਧੀਆ ਤਰ੍ਹਾਂ ਨਾਲ ਇਸ ਸੰਸਥਾ ਦਾ ਪ੍ਰਸਾਰ ਹੋ ਰਿਹਾ ਹੈ। ਕੈਨੇਡਾ ਤੋਂ ਬਾਹਰ ਦੀ ਜੇਕਰ ਗੱਲ ਕਰੀਏ, ਅਮਰੀਕਾ ਦੀ ਗੱਲ ਕਰੀਏ, ਮੈਕਸੀਕੋ ਦੀ ਗੱਲ ਕਰੀਏ, ਉੱਥੇ ਵੀ ਪੰਜਾਬੀ ਭਾਈਚਾਰਾ ਹੈਗਾ, ਕੀ ਉਹ ਵੀ ਤੁਹਾਡੇ ਨਾਲ ਜੁੜ ਰਿਹਾ ਹੈ ਹੌਲੀ-ਹੌਲੀ? ਹਾਂਜੀ ਬਿਲਕੁਲ, ਜਿੰਨੇ ਵੀ ਤਕਰੀਬਨ ਚੈਪਟਰ ਆ, ਜਿੱਦਾਂ ਅਮਰੀਕਾ ਦੇ ਵਿੱਚ ਆ, ਆਸਟ੍ਰੇਲੀਆ ਦੇ ਵਿੱਚ ਆ, ਇੰਗਲੈਂਡ ਦੇ ਵਿੱਚ ਆ, ਉਹ ਸਾਡੇ ਨਾਲ ਜੁੜਦੇ ਆ। ਵੱਖ-ਵੱਖ ਸਮੇਂ ਤੇ ਜਿਹੜੇ ਆਪਣੀ ਜਾਣ ਪਛਾਣ ਹੁੰਦੀ ਆ, ਰਿਸ਼ਤੇਦਾਰੀਆਂ ਹੁੰਦੀਆਂ ਨੇ, ਜਾਂ ਫਿਰ ਆਨਲਾਈਨ ਜਿੱਦਾਂ ਨਿਊਜ਼ ਦੇ ਵਿੱਚ ਵੇਖਦੇ ਆ, ਉਹ ਫਿਰ ਇੱਕ ਦੂਸਰੇ ਨਾਲ ਸੰਪਰਕ ਕਰਦੇ ਆ। ਜਿੱਦਾਂ ਹੁਣ ਨੋਵਾ ਸਕੋਸ਼ੀਆ ਜਾਂ ਸਸਕਾਚਵਨ ਦੇ ਵਿੱਚ ਜਿਹੜੇ ਸਿੰਘ ਇਹ ਸੰਘਰਸ਼ ਦਸਤਾਰ ਦਾ, ਉਹਨਾਂ ਨੂੰ ਅਸੀਂ ਵੱਖ-ਵੱਖ ਸਮੇਂ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਆ ਉਹ ਭੇਜਦੇ ਰਹਿੰਦੇ ਆ। ਜਿੱਦਾਂ ਅਸੀਂ ਕਈ ਸਟੱਡੀਜ਼ ਕਰਵਾਈਆਂ ਹੋਈਆਂ ਜਦੋਂ ਅਸੀਂ ਸੰਘਰਸ਼ ਕਰ ਰਹੇ ਸੀ ਓਨਟਾਰੀਓ ਦੇ ਵਿੱਚ, ਉਹਨਾਂ ਨੂੰ ਉਹ ਦੁਬਾਰਾ ਕਰਾਉਣ ਦੀ ਲੋੜ ਨਹੀਂ, ਉਹਨਾਂ ਨੂੰ ਉਹ ਪ੍ਰੋਵਾਈਡ ਕਰਦੇ ਰਹਿੰਦੇ ਆ ਜੀ। ਠੀਕ ਹੈ ਕੁਲਵਿੰਦਰ ਜੀ, ਅਸੀਂ ਸਿੱਖਾਂ ਦੀ ਜਿਹੜੀ ਸ਼ਾਨ ਹੈਗੀ ਹੈ, ਦਸਤਾਰ ਹੈਗੀ ਹੈ, ਉਹਦੀ ਅਹਿਮੀਅਤ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਕੋਈ ਵੀ ਕੋਰ ਕਸਰ ਨਹੀਂ ਛੱਡਦੇ। ਵੱਖ-ਵੱਖ ਧਰਮਾਂ ਦੇ ਜਿਹੜੇ ਲੋਕ ਨੇ, ਵੱਖ-ਵੱਖ ਭਾਈਚਾਰਿਆਂ ਦੇ ਲੋਕ ਨੇ, ਔਰ ਹੁਣ ਚੰਗੀ ਤਰ੍ਹਾਂ ਜਾਣ ਵੀ ਚੁੱਕੇ ਨੇ ਕਿ ਸਿੱਖ ਧਰਮ ਜਿਹੜਾ ਹੈਗਾ ਹੋਰਨਾਂ ਧਰਮਾਂ ਤੋਂ ਕਿਸ ਤਰ੍ਹਾਂ ਵੱਖ ਹੈਗਾ। ਪਰ ਨਿਤ ਦਿਨ ਅਸੀਂ ਕਿਉਂ ਸੁਣਦੇ ਰਹਿੰਦੇ ਹਾਂ ਕਿ
ਸਿੱਖਾਂ ਤੇ ਨਸਲੀ ਹਮਲੇ ਹੁੰਦੇ ਨੇ, ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ, ਅਜਿਹੀ ਗਲਤੀਆਂ ਕਿਉਂ ਹੋ ਰਹੀਆਂ ਨੇ? ਕਿੱਥੇ ਕਮੀ ਰਹਿ ਰਹੀ ਹੈ ਹਾਲੇ ਵੀ? ਦੇਖੋ ਸਰਦਾਰ ਸਾਹਿਬ, ਇਹ ਜਿਹੜੀ ਗੱਲ ਆ ਨਾ, ਇਹੋ ਨੈਚੁਰਲੀ ਬਿਲਟ ਇਨ ਫੀਚਰ ਹੈਗਾ ਮਨੁੱਖਾਂ ਦੇ ਅੰਦਰ, ਵੀ ਜੀ ਇੱਕ ਕੌਮ ਦੂਜੀ ਕੌਮ ਨੂੰ ਰੰਗ ਕਰਕੇ, ਨਸਲ ਕਰਕੇ ਥੋੜਾ ਭਿੰਨ ਭੇਦ ਇਹ ਚੱਲ ਰਿਹਾ ਕੌਮਾਂ ਦੇ ਅੰਦਰ, ਠੀਕ ਹੈ। ਜੀ ਹੁਣ ਜਦੋਂ ਇਸ ਵੇਲੇ ਦੇਖੋ ਜਿਹੜੀ ਬਲੈਕ ਕਮਿਊਨਿਟੀ ਆ, ਉਹਦੇ ਨਾਲ ਬਲੈਕ ਕਰਕੇ ਧੱਕਾ ਕਈ ਵਾਰੀ ਹੋ ਜਾਂਦਾ ਹੈ ਨਾ। ਜੀ ਮੈਨੂੰ ਜੇ ਤੁਹਾਨੂੰ ਯਾਦ ਹੋਵੇ ਵੀ ਜੇ ਉੱਥੇ ਕਈ ਵਾਰੀ ਇੱਥੋਂ ਗੋਰੇ ਜਾਂਦੇ ਸੀ, ਜਿਹੜੇ ਵਾਈਟ ਕਮਿਊਨਿਟੀ ਵਾਲੇ ਲੋਕ ਇੰਡੀਆ ਘੁੰਮਣ ਜਾਂਦੇ ਸੀ, ਤੇ ਜਦੋਂ ਬੱਸ ਰੁਕਦੀ ਹੁੰਦੀ ਸੀ, ਕਿਉਂਕਿ ਸਾਡਾ ਸ਼ਹਿਰ ਦਸੂਹਾ ਸੀ, ਤੇ ਅਸੀਂ ਦੇਖਦੇ ਸੀ ਵੀ ਜਦੋਂ ਉਤਰ ਕੇ ਖਾਣ ਪੀਣ ਉਤਰਦੇ ਸੀ, ਸਾਰੇ ਉਹਦੇ ਆਲੇ ਦੁਆਲੇ ਇਕੱਠੇ ਹੋ ਜਾਂਦੇ ਸੀ, ਕਿਉਂਕਿ ਦੇ ਲੁੱਕ ਡਿਫਰੈਂਟ, ਜੀ ਤੇ ਅਸੀਂ ਉਹਨਾਂ ਨੂੰ ਦੇਖਣਾ ਚਾਹੁੰਦੇ ਸੀ ਹਨਾ, ਕਿ ਕੀ ਆ। ਹੁਣ ਦੇਖੋ ਅਸੀਂ ਇੱਥੇ, ਮੈਨੂੰ ਵੀ ਕਰੀਬ 30-32 ਸਾਲ ਹੋ ਗਏ, ਮੈਂ ਦੇਖਿਆ ਵੀ ਜਿੱਥੇ ਵੀ ਅਸੀਂ ਗਏ ਆ, ਉੱਥੇ ਜਿੱਥੇ ਕਮਿਊਨਿਟੀ ਹੈ ਨਹੀਂ, ਜਦੋਂ ਤੁਹਾਨੂੰ ਦੇਖਦੇ ਆ ਉਹ, ਤੁਸੀਂ ਦਸਤਾਰ ਬੰਨੀ ਆ ਤੇ ਦਾੜਾ ਖੁੱਲਾ, ਤੁਹਾਡੀ ਦਾੜੀ, ਤੇ ਉਹ ਪੁੱਛਦੇ ਆ ਵੀ ਕੀ ਕਾਰਨ ਆ ਵੀ, ਕਿਉਂਕਿ ਫਿਰ ਤੁਸੀਂ ਉਹਨਾਂ ਨੂੰ ਐਕਸਪਲੇਨ ਕਰਨ, ਜਦੋਂ ਤੁਹਾਡੀ ਲੁੱਕ ਡਿਫਰੈਂਟ ਹੁੰਦੀ ਨਾ ਆਮ ਪਬਲਿਕ ਤੋਂ, ਤੇ ਕਈ ਕੁਛ ਸ਼ਰਾਰਤੀ ਅੰਸਰ ਹੁੰਦੇ ਥੋੜੇ ਜਿਹੇ, ਉਹ ਬਹੁਤ ਘੱਟ ਹੁੰਦੇ ਆ ਜਿਹੜੇ ਇਦਾਂ ਦਾ ਹਰਕਤ ਕਰਦੇ ਆ, ਜਿਹੜੇ ਨਸਲੀ ਵਿਤਕਰਾ ਕਰਦੇ ਆ ਹਨਾ। ਈਵਨ ਜਦੋਂ 9/11 ਹੋਇਆ ਤਾਂ ਸਾਨੂੰ ਉਸ ਗੱਲ 'ਚ ਮਿਲਾ ਕੇ, ਤੇ ਕਈ ਥਾਂ ਨਸਲੀ ਵਿਤਕਰੇ ਹੋਏ, ਇੱਕ ਥਾਂ ਗੋਲੀ ਵੀ ਚੱਲੀ ਟੈਕਸਸ ਦੇ ਵਿੱਚ, ਆਈ ਥਿੰਕ ਸ਼ਾਇਦ ਜੀ। ਪਰ ਉਹ ਵੀ ਗੱਲ, ਇਹ ਸਾਨੂੰ ਸਵਾਲ ਪੁੱਛੇ ਜਾਂਦੇ ਸੀ ਬਾਰਡਰ ਦੇ ਉੱਤੇ ਵੀ ਤੁਸੀਂ ਮੁਸਲਿਮ ਹੋ, ਤੇ ਮੇਰਾ ਜਵਾਬ ਹੁੰਦਾ ਸੀ ਵੀ ਵੈਦਰ ਮੈਂ ਮੁਸਲਿਮ ਆ ਜਾਂ ਸਿੱਖ ਆ, ਪਰ ਜੇ ਮੈਂ ਉਸ ਕੰਮ ਦੇ ਵਿੱਚ ਇਨਵੋਲਵ ਨਹੀਂ ਗਾ, ਉਸ ਇਨਸੀਡੈਂਟ ਦੇ ਵਿੱਚ, ਤੇ ਫਿਰ ਮੇਰਾ ਕਸੂਰ ਨਹੀਂ ਗਾ। ਐਜ਼ ਏ ਨਾਰਮਲ ਪਰਸਨ ਤਾਂ ਮੈਂ ਐਜ਼ ਏ ਨਾਰਮਲ ਪਰਸਨ ਹੀ ਆ, ਪਰ ਇਸ ਕਰਕੇ ਵਿਤਕਰਾ ਹੋਵੇ। ਸਾਨੂੰ ਹੁਣ ਕਈ ਵਾਰੀ ਇਦਾਂ ਹੁੰਦਾ ਸੀ ਵੀ ਉਹਨਾਂ ਦਿਨਾਂ ਵਿੱਚ 9/11 'ਚ ਕਹਿੰਦੇ ਸੀ, ਛੋਟੇ ਬੱਚੇ ਜਦੋਂ ਦੇਖ ਕੇ ਕਹਿੰਦੇ ਸੀ ਬਿਨ ਲਾਦਨ, ਸੋ ਤੁਸੀਂ ਉਹਨਾਂ ਨਾਲ ਬੈਠ ਕੇ, ਤੁਸੀਂ ਦੌੜਨ ਦੀ ਬਜਾਏ ਉਹਨਾਂ ਨਾਲ ਖੜ ਕੇ ਗੱਲ ਕਰਦੇ ਸੀ, ਫਿਰ ਠੀਕ ਹੈ, ਉਹ ਵੀ ਉਹਦੇ ਵੀ ਦਸਤਾਰ ਬੰਨੀ ਸੀ, ਤੇ ਅਸੀਂ ਦਸਤਾਰਾਂ ਬੰਨ੍ਹਦੇ ਹਾਂ, ਪਰ ਦਸਤਾਰ ਦਾ ਬੰਨਣ ਦਾ ਮਤਲਬ ਇਹ ਨਹੀਂ, ਇਹ ਦਸਤਾਰ ਬੰਨਣ ਦਾ ਮਤਲਬ ਇਹਦੇ ਨਾਲ ਸਾਡਾ ਜਿਹੜਾ ਕਰੈਕਟਰ ਕਿੱਥੇ ਖੜਾ ਹੈ, ਸਾਡੀਆਂ ਕਰਤੂਤਾਂ ਕਿੱਥੇ ਖੜੀਆਂ ਨੇ। ਦਰਅਸਲ ਜਿੱਦਾਂ ਗੁਰੂ ਜੀ ਕਹਿੰਦੇ ਨੇ ਵੀ ਸਿੱਖੀ ਸਿੱਖਿਆ ਗੁਰ ਵਿਚਾਰ, ਸੋ ਸਾਡੇ ਅੰਦਰ ਗੁਰੂ ਜੀ ਦਿੱਤੀ ਹੋਈ ਵਿਚਾਰ ਧਾਰਾ ਜਿਹੜੀ ਆ, ਸਾਡੇ ਕੰਮਾਂ 'ਚੋਂ ਝਲਕਦੀ ਆ ਕਿ ਨਹੀਂ, ਇਹ ਜਦੋਂ ਪਤਾ ਲੱਗੂਗਾ ਨਾ, ਤੇ ਫਿਰ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਤਾਂ ਹੁੰਦੀਆਂ ਰਹਿਣੀਆਂ। ਜਿਹੜੇ ਤੁਸੀਂ ਕਹਿੰਦੇ ਨਸਲੀ ਵਿਤਕਰੇ, ਇਹ ਕੁਛ ਲੋਕ ਹੀ ਕਰਦੇ ਆ, ਜਿਹੜੇ ਇਸ ਗੱਲ ਨੂੰ ਸਮਝਦੇ ਨਹੀਂ, ਜਾਂ ਉਸ ਗੱਲ ਨੂੰ ਗਲਤ ਰੂਪ ਰੇਖਾ ਦੇਣੀ ਚਾਹੁੰਦੇ ਆ ਹਨਾ ਜੀ। ਸੋ ਵੈਸੇ ਉੱਦਾਂ ਦੇਖਿਆ ਜਾਵੇ ਤਾਂ ਹੁਣ ਅੱਜ ਸਾਡੇ ਡਿਫੈਂਸ ਮਿਨਿਸਟਰ ਦਸਤਾਰ ਬੰਨ੍ਹਦੇ ਆ, ਇੱਕ NDP ਪਾਰਟੀ ਦੇ ਲੀਡਰ ਹੈ ਜਗਮੀਤ ਸਿੰਘ ਜੀ, ਉਹ ਦਸਤਾਰਧਾਰੀ ਆ ਹਨਾ, ਨੈਸ਼ਨਲ ਲੈਵਲ ਦੇ ਲੀਡਰ ਆ। ਹੋਰ ਕਈ ਸਿੰਘ ਆ, ਨਵਦੀਪ ਸਿੰਘ ਬੈਂਸ ਆ, ਤੇ ਗੁਰਰਤਨ ਸਿੰਘ, ਇੱਥੇ MP ਕਿੰਨੇ ਹੈਗੇ ਆ ਜਿਹੜੇ ਸਾਰੇ ਦਸਤਾਰਾਂ ਬੰਨ੍ਹਦੇ ਆ ਹਨਾ ਜੀ। ਪ੍ਰਭਨੀਤ ਸਿੰਘ ਆ ਸਰਕਾਰੀਆ ਸਾਹਿਬ, ਸੋ ਉਹ ਦਸਤਾਰਾਂ ਸਜਾ ਕੇ ਉੱਥੇ ਬੈਠੇ ਆ। ਸੋ ਪੀਪਲ ਸਟਾਰਟ ਐਕਸੈਪਟਿੰਗ ਇਟ। ਪਹਿਲਾਂ ਤਾਂ ਅਗਲੇ ਬੰਦੇ ਨੂੰ ਇਹ ਹੁੰਦਾ ਵੀ ਇਹ ਬੰਦਾ ਯਾਰ ਸਾਡੇ ਤੋਂ ਡਿਫਰੈਂਟ ਕਿਉਂ ਲੱਗਦਾ। ਹੁਣ ਮੈਂ ਇੱਕ ਆਮ ਹੀ ਉਦਾਹਰਨ ਦਿੰਦਾ ਵੀ ਪੰਜਾਬ ਦੇ ਵਿੱਚ ਅਸੀਂ ਬਹੁਤ ਵਾਰੀ ਕਹਿੰਦੇ ਆ ਵੀ ਦੇਖੋ ਜੀ ਬਿਹਾਰ ਤੋਂ ਭਈਏ ਆ ਗਏ, ਉਹਨਾਂ ਨੇ ਸਾਂਭ ਲਿਆ ਹਨਾ। ਉਹਦਾ ਕਾਰਨ ਇੱਕ ਵੱਡਾ ਵੀ ਆ ਵੀ ਅਸੀਂ ਜਦੋਂ ਕੰਮ ਕਰਨਾ ਛੱਡ ਦਿੱਤਾ, ਥੋੜਾ ਘਟ ਗਿਆ, ਜਾਂ ਸਾਡੇ ਨਾਲ ਧੱਕਾ ਹੋਇਆ ਸਰਕਾਰੀ ਤੌਰ ਤੇ ਉਹਦੇ ਚਲੋ ਗੱਲ ਕੁਛ ਹੋਰ ਵੀ ਆ, ਪਰ ਉਹ ਫਿਰ ਬੰਦੇ ਆ ਕੇ ਉੱਥੇ ਛੋਟੇ ਤੋਂ ਛੋਟਾ ਕੰਮ ਕਰਕੇ ਵੀ ਕਾਮਯਾਬ ਹੋਣ ਲੱਗ ਪਏ। ਇਸੇ ਤਰ੍ਹਾਂ ਜਦੋਂ ਸਾਡੀ ਕਮਿਊਨਿਟੀ ਆ ਅਗਰੈਸਿਵ ਵੀ ਹੈਗੀ ਆ, ਕੰਮ ਕਰਨ ਨੂੰ ਵੀ ਆਪਾਂ ਕੰਮ ਹਰ ਤਰ੍ਹਾਂ ਦਾ ਕੰਮ ਕਰ ਲਈਦਾ ਹੈਗਾ, ਠੀਕ ਹੈ, ਮਿਹਨਤੀ ਵੀ ਚੰਗੇ ਆ, ਤੇ ਉਹ ਕਾਮਯਾਬੀ ਤਾਂ ਮਿਲਣੀ ਆ। ਸਾਡੇ ਜਿਹੜੇ ਉਸ ਕਰੈਕਟਰ ਨੂੰ ਜਦੋਂ ਦੇਖਦੇ ਆ, ਸੋ ਦੇ ਐਕਸੈਪਟ ਯੂ ਐਜ਼ ਏ ਹੋਲ, ਜਿੱਦਾਂ ਵੀ ਤੁਸੀਂ ਲੱਗਦੇ ਆ। ਦੇ ਡੋਂਟ ਕੇਅਰ ਯੂ, ਤੁਸੀਂ ਦਸਤਾਰ ਬੰਨੀ ਆ ਜਾਂ ਤੁਸੀਂ ਕਾਲੇ ਲੱਗਦੇ ਆ ਜਾਂ ਗੋਰੇ ਲੱਗਦੇ ਆ, ਸੋ ਐਟ ਦਾ ਹੋਲ ਦੇ ਐਕਸੈਪਟ ਯੂ। ਨਿਊ ਜਰਸੀ ਦੇ ਵਿੱਚ ਸਾਡੇ ਮੇਅਰ ਸਰਦਾਰ ਸਾਹਿਬ ਦਸਤਾਰਧਾਰੀ ਆ ਹੁਣ, ਠੀਕ ਹੈ ਜੀ। ਬਿਲਕੁਲ। ਸੋ ਜਦੋਂ ਇਦਾਂ ਦੇ ਕਰੈਕਟਰ ਹੋਣਗੇ, ਚੰਗਿਆਈ ਨਜ਼ਰ ਆਊਗੀ, ਤਾਂ ਪੀਪਲ ਵਿਲ ਐਟ ਲਾਰਜ ਐਕਸੈਪਟ ਯੂ। ਬਿਲਕੁਲ। ਖੁਸ਼ਵੰਤ ਜੀ, ਜਿਵੇਂ ਕੁਲਵਿੰਦਰ ਜੀ ਕਹਿ ਰਹੇ ਨੇ ਕਿ ਬਹੁਤ ਜ਼ਰੂਰੀ ਹੈਗਾ ਲੋਕਾਂ ਨੂੰ ਇਹ ਦੱਸਣਾ ਕਿ ਇੱਕ ਸਿੱਖ ਦੀ ਪਛਾਣ ਕੀ ਹੈਗੀ, ਔਰ ਇਸ ਤੋਂ ਪਹਿਲਾਂ ਲਖਵਿੰਦਰ ਜੀ ਵੀ ਕਹਿ ਚੁੱਕੇ ਨੇ ਕਿ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਟੋਪੀ ਪਾ ਕੇ ਬਾਹਰ ਨਾ ਜਾਣ, ਕਿਉਂਕਿ ਇਸ ਤਰ੍ਹਾਂ ਜਿਹੜੇ ਹੋਰਨਾਂ ਭਾਈਚਾਰਿਆਂ ਦੇ ਲੋਕ ਹੁੰਦੇ ਨੇ ਉਹ ਦੁਚੁੱਤੀ ਵਿੱਚ ਆ ਜਾਂਦੇ ਨੇ ਕਿ ਸਿੱਖ ਜਿਹੜਾ ਹੈਗਾ ਉਹਦਾ ਅਸਲ ਰੂਪ ਕੀ ਹੈ, ਕਿਉਂਕਿ ਉਹ ਸਿੱਖ ਨੂੰ ਅਲੱਗ-ਅਲੱਗ ਤਰੀਕੇ ਨਾਲ ਦੇਖਦੇ ਨੇ। ਸਾਨੂੰ ਹੋਰਨਾਂ ਧਰਮਾਂ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ, ਫਿਰ ਉਹ ਸ਼ਖਸ ਵੀ ਸਾਹਮਣੇ ਆ ਜਾਂਦਾ ਹੈ ਜੋ ਕਹਿੰਦਾ ਮੈਂ ਸਿੱਖ ਹਾਂ ਲੇਕਿਨ ਟੋਪੀ ਪਾਈ ਹੁੰਦੀ ਹੈ। ਇੱਕ ਉਹ ਵੀ ਸ਼ਖਸ ਆ ਜਾਂਦਾ ਹੈ ਜਿਹਨੇ ਆਪਣੀ ਦਾੜੀ ਕਟਾਈ ਹੁੰਦੀ ਹੈ,
ਤੇ ਜਿਹੜੇ ਵੱਖ-ਵੱਖ ਭਾਈਚਾਰੇ ਦੇ ਲੋਕ ਹੁੰਦੇ ਨੇ ਉਹ ਦੁਚਿੱਤੀ ਵਿੱਚ ਆ ਜਾਂਦੇ ਨੇ। ਇੱਥੇ ਤੁਸੀਂ ਕੀ ਬਿਆਨ ਕਰਨਾ ਚਾਹੋਗੇ? ਕੀ ਲੱਗਦਾ ਸਾਨੂੰ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਇੱਕ ਸਿੱਖੀ ਰੂਹ, ਚੰਗਾ ਮੈਸੇਜ, ਇੱਕ ਚੰਗੀ ਪਛਾਣ ਲੋਕਾਂ ਤੱਕ ਦੱਸੀ ਜਾਏ ਸਿੱਖ ਧਰਮ ਦੀ? ਜੀ ਬਿਲਕੁਲ, ਚੇਅਰਮੈਨ ਸਾਹਿਬ ਤੇ ਸੈਕਟਰੀ ਸਾਹਿਬ ਨੇ ਜਿਵੇਂ ਇਹ ਗੱਲ ਕੀਤੀ ਹੈ, ਔਰ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਮੈਂ ਵੈਸੇ ਇਸ ਗੱਲ ਕਹਿਣ ਤੋਂ ਮੈਂ ਗੁਰੇਜ਼ ਨਹੀਂ ਕਰਾਂਗਾ ਕਿ ਇਹ ਜਿਹੜਾ ਥੋੜਾ ਜਿਹਾ ਬੇੜਾ ਗਰਕ ਹੋਇਆ ਇਹ 80ਵੇਂ ਦਹਾਕੇ ਤੋਂ ਬਾਅਦ, ਜਦੋਂ ਗੁਰਦਾਸ ਮਾਨ ਵਾਲ ਕਟਾ ਕੇ ਆਇਆ ਟੀਵੀ ਦੇ ਉੱਤੇ, ਉਦੋਂ ਵਾਲ ਕਟਾਉਣ ਦਾ ਰੁਝਾਨ ਜ਼ਿਆਦਾ ਆਇਆ। ਮਲਕੀਤ ਸਿੰਘ ਨੇ ਦਾੜੀ ਕਟਾ ਕੇ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ। ਸੋ ਜਿਹੜਾ ਦਹਾਕਾ ਸੀਗਾ, ਉਸ ਸਮੇਂ ਦੇ ਵਿੱਚ ਇਹ ਫੈਸ਼ਨ ਦੀ ਮਾਰ ਹੇਠ ਇਹ ਜਿਹੜਾ ਸਿੱਖੀ ਸਰੂਪ ਨੂੰ ਬਹੁਤ ਢਾਹ ਲੱਗੀ ਹੈ। ਪਰ 100% ਜਦੋਂ ਤੁਸੀਂ ਆਪਣੇ ਪਹਿਰਾਵੇ ਨਾਲ, ਆਪਣੀ ਪਹਿਚਾਣ ਨਾਲ ਤੁਸੀਂ ਜਦੋਂ ਸਮਝੌਤਾ ਕਰੋਗੇ, ਤੁਸੀਂ ਆਪਣੀਆਂ ਜੜ੍ਹਾਂ ਤੋਂ ਜਦੋਂ ਤੁਸੀਂ ਆਪਣੀਆਂ ਰੂਟਸ ਨੂੰ ਭੁੱਲ ਜਾਓਗੇ, ਆਪਣੀ ਬੈਕਗ੍ਰਾਉਂਡ ਨੂੰ ਭੁੱਲ ਜਾਓਗੇ, ਤੁਹਾਡੀ ਪਛਾਣ ਵੀ ਖਤਮ ਹੋ ਜਾਏਗੀ। ਮੈਨੂੰ ਇਹ ਗੱਲ ਯਾਦ ਹੈ 2006 ਦੇ ਵਿੱਚ ਮੈਂ ਆਸਟ੍ਰੇਲੀਆ ਫਲਿੰਡਰ ਸਟਰੀਟ ਮੈਲਬਰਨ ਸ਼ਹਿਰ ਦੇ ਸਟੇਸ਼ਨ ਤੇ ਖੜਾ ਸੀ। ਉਦੋਂ ਉੱਥੇ ਸਿੱਖ ਘੱਟ ਸੀਗੇ, ਉੱਥੇ ਸਟੂਡੈਂਟਸ ਜਾਂ ਹੋਰ ਇਮੀਗ੍ਰੈਂਟਸ 2009-10 ਤੋਂ ਬਾਅਦ ਜ਼ਿਆਦਾ ਜਾਣੇ ਸ਼ੁਰੂ ਹੋਏ ਨੇ। ਇਹ 2005 ਐਂਡ 2006 ਸਟਾਰਟਿੰਗ ਦੀ ਗੱਲ ਹੈ, ਤੇ ਸ਼ਾਮ ਦੇ 5-6 ਵਜੇ ਸੀ ਤੇ ਸਟੇਸ਼ਨ ਤੇ ਰਾਸੀ ਤੇ ਇੱਕ ਗੋਰੇ ਨੇ ਆ ਕੇ ਮੇਰੇ ਸ਼ੋਲਡਰ ਦੇ ਉੱਤੇ ਉਹਨੇ ਮੈਨੂੰ ਟੈਪ ਕੀਤਾ ਤੇ ਮੈਨੂੰ ਉਹਨੇ ਕਿਹਾ ਵੀ ਮਿਸਟਰ ਸਿੰਘ ਵੀ ਯੋਰ ਟਰਬਨ ਵਿਲ ਬੀ ਅ ਫੈਸ਼ਨ ਆਲ ਓਵਰ ਦ ਵਰਲਡ ਇਨ ਨੈਕਸਟ 2 years। ਸੋ ਇਹ 2005-2006 ਦੀ ਗੱਲ ਹੈ। ਸੋ ਉਹ ਜੋ ਦੀ ਗੱਲ ਸੀਗੀ, ਉਹਦੇ ਅਲਫਾਜ਼ ਉਹਦੇ ਸੀਗੇ, ਉਹ ਮੇਰੇ ਦਿਲ ਦੇ ਵਿੱਚ ਘਰ ਕਰ ਗਏ। ਮੈਂ ਕਿਹਾ ਹੋ ਸਕਦਾ ਇੱਥੇ ਸਿੱਖ ਜਾਂ ਸਿੱਖਾਂ ਦੇ ਘਰ ਜੰਮੇ ਹੋਏ ਬੱਚੇ ਇਸ ਟਾਈਮ ਸੈਂਕੜੇ ਸ਼ਹਿਰ 'ਚ ਫਿਰਦੇ ਹੋਣ, ਇਸ ਟਾਈਮ ਵੀ ਮੌਜੂਦ ਹੋਣ ਸਟੇਸ਼ਨ ਦੇ ਉੱਪਰ, ਪਰ ਉਹਨੇ ਮੇਰੀ ਜਦੋਂ ਦਸਤਾਰ ਤੇ ਉਹਨੇ ਮੇਰੀ ਪ੍ਰੋਪਰ ਅਨਕਟ ਬੀਅਰਡ ਦੇਖੀ ਤੇ ਉਹਨੇ ਮਹਿਸੂਸ ਕੀਤਾ ਵੀ ਇਹ ਸਿੱਖ ਹੈ, ਕਿਉਂਕਿ ਉਹਦੇ ਫਾਦਰ ਆਰਮੀ 'ਚ ਸੀ। ਉਹਨੇ ਮੈਨੂੰ ਦੱਸਿਆ ਬਾਅਦ 'ਚ ਉਹ ਸਿੱਖਾਂ ਨੂੰ ਜਾਣਦੇ ਸਨ। ਸੋ ਇਹ ਬੇਸਿਕਲੀ ਜਿਹੜੀ ਗੱਲ ਪਹਿਚਾਣ ਦੀ ਹੈ, ਜੇ ਅਸੀਂ ਆਪਣੀ ਪਹਿਚਾਣ ਦੇ ਨਾਲ ਸਮਝੌਤਾ ਕਰਾਂਗੇ, ਤੁਸੀਂ ਹੌਲੀ ਹੌਲੀ ਆਪਣੀ ਪਹਿਚਾਣ ਗਵਾ ਦੋਗੇ। ਸੋ ਪਹਿਚਾਣ ਦੀ ਹੀ ਜੋ ਹੈ ਉਹ ਮੇਨ ਗੱਲ ਹੈ। ਜਿਵੇਂ ਕਿ ਪਹਿਲਾਂ ਚੇਅਰਮੈਨ ਸਾਹਿਬ ਤੇ ਸੈਕਟਰੀ ਸਾਹਿਬ ਨੇ ਕਿਹਾ, ਮੈਂ ਦੱਸਣਾ ਚਾਹਾਂਗਾ, ਇਹਨਾਂ ਦੀ ਗੱਲ 'ਚ ਐਡ ਆਨ ਕਰਨਾ ਚਾਹਾਂਗਾ ਕਿ ਸਿੱਖ ਮੋਟਰਸਾਈਕਲ ਕਲੱਬ USA ਜਿਹੜਾ ਹੈ ਉਹ ਇੱਕ ਪ੍ਰੋਪਰਲੀ ਸੋਲਿਡ ਤਰੀਕੇ ਦੇ ਨਾਲ ਉਹ ਰਨ ਹੋ ਰਿਹਾ। ਪਿਛਲੇ 2 ਸਾਲ ਦੇ ਸਮੇਂ ਦੇ ਵਿੱਚ ਉਹ ਸਟਾਕਟਨ ਕੈਲੀਫੋਰਨੀਆ ਦੀ ਧਰਤੀ ਤੋਂ ਉਹਨਾਂ ਦੇ ਵਧੀਆ ਮੈਂਬਰਸ ਨੇ, ਉਹਨਾਂ ਦੇ 100 ਦੇ ਕਰੀਬ ਮੈਂਬਰ ਨੇ। ਔਰ ਜੇ ਤੁਹਾਨੂੰ ਯਾਦ ਹੋਵੇ ਡਿਪਟੀ ਸ਼ੈਰਿਫ ਸੰਦੀਪ ਧਾਲੀਵਾਲ ਹੁਣਾਂ ਦਾ ਮਰਡਰ ਹੋ ਗਿਆ ਸੀ ਔਨ ਡਿਊਟੀ, ਉਹ ਵੀ ਕਿਤੇ ਨਾ ਕਿਤੇ ਨਕਸਲੀ ਭੇਦਭਾਵ ਦੇ ਹੇਠ ਹੀ ਉਹ ਜੋ ਇਨਸੀਡੈਂਟ ਹੋਇਆ। ਸੋ ਅਸੀਂ ਨੈਕਸਟ ਮੰਥ ਸਿੱਖ ਮੋਟਰਸਾਈਕਲ ਕਲੱਬ USA ਉਹ ਸਟਾਕਟਨ ਦੀ ਧਰਤੀ ਤੋਂ ਚੱਲ ਕੇ ਤੇ ਉਸ ਜਗ੍ਹਾ ਦੇ ਉੱਤੇ ਸੰਦੀਪ ਸਿੰਘ ਧਾਲੀਵਾਲ ਹੋਣਾ ਨੂੰ ਸ਼ਰਧਾਂਜਲੀ ਦੇਣ ਲਈ ਆ ਰਹੇ ਹਨ। ਜਿਹੜੇ ਵੀ ਸਾਡੇ ਵੀਰ ਇਹ ਪ੍ਰੋਗਰਾਮ ਸੁਣ ਰਹੇ ਹਨ, ਚਾਹੇ ਤੁਸੀਂ ਕਲੱਬ ਦੇ ਮੈਂਬਰ ਹੋ ਚਾਹੇ ਨਹੀਂ ਹੋ, ਤੁਸੀਂ ਸੰਪਰਕ ਸਾਡੇ ਨਾਲ ਵੀ ਕਰ ਸਕਦੇ ਹੋ ਜਾਂ ਸਿੱਖ ਮੋਟਰਸਾਈਕਲ ਕਲੱਬ USA ਨਾਲ ਵੀ ਕਰ ਸਕਦੇ ਹੋ। ਔਰ ਉਸ ਰਾਈਡ ਦੇ ਵਿੱਚ ਤੁਸੀਂ ਸਟਾਕਟਨ ਤੋਂ ਚੱਲ ਕੇ ਟੈਕਸਸ ਤੱਕ ਨੈਕਸਟ ਮੰਥ ਰਾਈਡ ਦਾ ਤੁਸੀਂ ਭਾਗ ਬਣ ਸਕਦੇ ਹੋ ਅਤੇ ਧਾਲੀਵਾਲ ਫੈਮਿਲੀ ਨੂੰ ਮਿਲ ਸਕਦੇ ਹੋ, ਆਪਣੀ ਸ਼ਰਧਾਂਜਲੀ ਦੇ ਜੋ ਤੁਸੀਂ ਉਹ ਪੇਂਟ ਕਰ ਸਕਦੇ ਹੋ। ਬਿਲਕੁਲ ਠੀਕ ਗੱਲ ਹੈ। ਔਰ ਲਖਵਿੰਦਰ ਜੀ, ਜੇਕਰ ਫਿਊਚਰ ਪਲਾਨਸ ਦੀ ਗੱਲ ਕਰੀਏ, ਭਵਿੱਖ ਦੀ ਗੱਲ ਕਰੀਏ, ਤਾਂ ਇਸ ਸੰਸਥਾ ਨੂੰ ਭਵਿੱਖ ਵਿੱਚ ਤੁਸੀਂ ਕਿੱਥੇ ਪਹੁੰਚਾਉਣਾ ਚਾਹੁੰਦੇ ਹੋ, ਕਿੱਥੇ ਦੇਖਣਾ ਚਾਹੁੰਦੇ ਹੋ? ਕੀ ਸੋਚ ਹੈ ਤੁਹਾਡੇ ਮੈਂਬਰ ਸਾਹਿਬਾਨਾਂ ਦੀ ਕੋਈ? ਕਿਉਂਕਿ ਕਈ ਐਸੇ ਲੋਕ ਹੁੰਦੇ ਨੇ ਜੋ ਵੱਖ-ਵੱਖ ਸਲਾਹਾਂ ਵੀ ਦਿੰਦੇ ਨੇ, ਉਹਨਾਂ ਸਲਾਹਾਂ ਤੇ ਚੱਲਣਾ ਨਹੀਂ ਚੱਲਣਾ ਉਹ ਤਾਂ ਬਾਅਦ ਦੀ ਗੱਲ ਹੈ, ਪਰ ਤੁਹਾਡੀ ਆਪਣੀ ਕੀ ਸੋਚ ਹੈ, ਕਿੱਥੇ ਦੇਖਣਾ ਚਾਹੁੰਦੇ ਹੋ? ਨਹੀਂ ਜੀ, ਸਾਡੇ ਜਿੰਨੇ ਵੀ ਮੈਂਬਰ ਨੇ ਨਾ, ਅਸੀਂ ਉਹਨਾਂ ਦੀ ਯੂਨੈਨੀਮਸਲੀ ਮੀਟਿੰਗ, ਜਨਰਲ ਬਾਡੀ ਮੀਟਿੰਗ ਕਾਲ ਕਰਦੇ ਹਾਂ, ਸਾਰਿਆਂ ਦੀ ਇਨਪੁਟ ਲਈ ਜਾਂਦੀ ਆ। ਅਸੀਂ ਇਹ ਆਰਗੇਨਾਈਜੇਸ਼ਨ ਨੂੰ ਐਜ਼ ਅ ਪਵਿੱਤਰ ਆਰਗੇਨਾਈਜੇਸ਼ਨ ਕਿਸੇ ਪੋਲਿਟਿਕਸ ਤੋਂ, ਕਿਸੇ ਆਪਸੀ ਰੰਜਿਸ਼ ਤੋਂ ਬਿਨਾਂ ਗਰੋ ਹੁੰਦੀ ਦੇਖਣੀ ਚਾਹੁੰਦੇ ਆ, ਜੋ ਸਿੱਖ ਕਮਿਊਨਿਟੀ ਦੇ ਜਾਂ ਭਾਈਚਾਰੇ ਦੇ ਸਰਬੱਤ ਦੇ ਭਲੇ ਦੇ ਵਿੱਚ ਕੰਮ ਆਵੇ। ਜਿੱਥੇ ਵੀ ਇਹ ਸਾਡਾ ਸ਼ੌਕ ਆ, ਸ਼ੌਕ ਦੇ ਨਾਲ ਨਾਲ ਅਸੀਂ ਕਮਿਊਨਿਟੀ ਨੂੰ ਕੁਝ ਦੇਣਾ ਵੀ ਚਾਹੁੰਦੇ ਆ, ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਸਾਡੇ ਨਕਸ਼ੇ ਕਦਮਾਂ ਤੇ ਚੱਲਣ, ਉਹ ਪ੍ਰਾਊਡਲੀ ਕਹਿ ਸਕਣ ਵੀ ਹਰ ਸਿੱਖ ਮੋਟਰਸਾਈਕਲ ਕਲੱਬ ਦਾ ਮੈਂਬਰ ਪ੍ਰਾਊਡਲੀ ਕਹਿੰਦਾ ਵੀ ਮੈਂ SMC ਦਾ ਮੈਂਬਰ ਆ। ਅਸੀਂ ਇਸ ਤਰ੍ਹਾਂ ਹੀ ਦੇਖਣਾ ਚਾਹੁੰਦੇ ਆ ਤੇ ਅਰਦਾਸ ਕਰਦੇ ਆ ਗੁਰੂ ਅੱਗੇ ਕਿ ਗੁਰੂ ਸਾਨੂੰ ਸਮਤ ਬਖਸ਼ੇ, ਸਾਨੂੰ ਇਤਫਾਕ ਬਖਸ਼ੇ। ਅਸੀਂ ਜਿਹੜੇ ਸਾਡੇ ਸਿੱਖ ਮੋਟਰਸਾਈਕਲ ਕਲੱਬ BC 'ਚ ਸਰਦਾਰ ਅਵਤਾਰ ਸਿੰਘ ਢਿੱਲੋਂ, ਜਿਹੜੇ ਬਾਬਾ ਬੋੜ ਅਸੀਂ ਕਹਿ ਦਿੰਦੇ ਹਾਂ ਉਹਨਾਂ ਨੂੰ, ਉਹ ਸਾਡੇ ਨਾਲ ਜੁੜੇ ਹੋਏ ਨੇ, ਹੁਣ ਵੀ ਸਾਡੇ ਨਾਲ ਜੁੜੇ ਹੋਏ ਨੇ। ਤੇ ਉਹਨਾਂ ਨੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਮਿਥੇ ਸੀ
ਉਹ ਬੜੇ ਵਧੀਆ ਰੂਲਸ ਐਂਡ ਰੈਗੂਲੇਸ਼ਨ ਨੇ। ਇਹਦੇ ਵਿੱਚ ਨਾ ਤਾਂ ਕੋਈ ਸਿਆਸਤਦਾਨ ਆ ਸਕਦਾ, ਨਾ ਇਹਦੇ 'ਚ ਕੋਈ ਬੈਡ ਪਾਰਟ ਕੋਈ ਅਦਾ ਕਰ ਸਕਦਾ, ਕਿਉਂਕਿ ਸਾਡਾ ਕਨਸਟੀਟਿਊਸ਼ਨ ਆ, ਸਾਡੀ ਲੇਆਊਟ ਉਹ ਦੱਸਦੀ ਆ ਤੁਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ ਹੁੰਦੇ ਆ, ਤੁਹਾਡੇ ਜੇ ਡਰੈਸ ਅਪ ਹੋਏ ਆ ਤੁਸੀਂ ਸੋ ਐਂਡ ਸੋ ਨਹੀਂ ਕਰ ਸਕਦੇ, ਰਾਈਟ ਜੀ। ਸੋ ਇਸ ਗੱਲ ਕਰਕੇ ਵੀ ਸਾਡੇ ਮੈਂਬਰ ਨੇ ਉਹ ਰੂਲਸ ਐਂਡ ਰੈਗੂਲੇਸ਼ਨ ਦੀ ਰਿਸਪੈਕਟ ਕਰਦੇ ਨੇ। ਮੈਂ ਆਸ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਮੋਟਰਸਾਈਕਲ ਕਲੱਬ ਬੁਲੰਦੀਆਂ ਛੂਹੇਗੀ ਜੀ, ਜਿਵੇਂ ਸਿੱਖ ਮੋਟਰਸਾਈਕਲ ਕਲੱਬ ਕੈਨੇਡਾ, ਜਿੰਨੀਆਂ ਵੀ ਕੈਨੇਡਾ ਵਾਈਡ ਪ੍ਰੋਵਿੰਸਾਂ ਨੇ ਇਹਨਾਂ 'ਚ ਫੈਲਿਆ ਹੋਇਆ, ਇਦਾਂ ਹੀ ਦੂਸਰੇ ਦੇਸ਼ਾਂ ਦੇ ਵਿੱਚ ਵੀ। ਹਾਂ, ਜੇ ਕਿਸੇ ਵੀਰ ਭੈਣ ਭਰਾ ਨੇ ਸਾਡੇ ਨਾਲ ਸੰਪਰਕ ਕਰਨਾ ਹੋਵੇ ਤਾਂ ਮੇਰਾ ਫੋਨ ਨੰਬਰ 416 991 55 55 ਜੀ, ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਜੇ ਕਿਸੇ ਜਾਣਕਾਰੀ ਕੋਈ ਮੈਂਬਰਸ਼ਿਪ ਲੈਣੀ ਹੋਵੇ ਨਵੀਂ, ਤੁਸੀਂ ਕਲੱਬ ਬਾਰੇ ਜਾਣਨਾ ਹੋਵੇ, ਕਲੱਬ ਦੇ ਪਲਾਨਸ ਬਾਰੇ ਜਾਣਨਾ ਹੋਵੇ, ਤੁਹਾਨੂੰ ਮੋਟਰਸਾਈਕਲ ਲੈਣ 'ਚ ਹੈਲਪ ਚਾਹੀਦੀ ਹੋਵੇ, ਲਾਇਸੈਂਸ ਲੈਣ 'ਚ ਹੈਲਪ ਚਾਹੀਦੀ ਹੋਵੇ, ਜਾਂ ਵੀ ਕਿਸੇ ਵੀ ਤਰ੍ਹਾਂ ਦੀ ਹੋਰ ਹੈਲਪ ਚਾਹੀਦੀ ਹੋਵੇ, ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਦੋਂ ਮਰਜ਼ੀ ਜੀ। बहुत बहुत शुक्रिया। और इस सोच ਨੂੰ ਹਾਲਾਤ ਮੈਂ ਸਾਡਾ ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ, ਔਰ ਕਿਉਂਕਿ ਬੜੀ ਵਧੀਆ ਤੁਸੀਂ ਇਹ ਇੱਕ ਸੰਸਥਾ ਚਲਾਈ ਹੋਈ ਹੈ ਔਰ ਇਸ ਦਾ ਆਉਣ ਵਾਲੇ ਸਮੇਂ ਵਿੱਚ ਵਧੀਆ ਉਜਵਲ ਭਵਿੱਖ ਹੋਵੇ, ਅਸੀਂ ਇਹੀ ਕਾਮਨਾ ਕਰਦੇ ਹਾਂ। ਸੋ ਬਹੁਤ ਬਹੁਤ ਸ਼ੁਕਰੀਆ ਕੁਲਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ ਲਖਵਿੰਦਰ ਜੀ, ਔਰ ਬਹੁਤ ਬਹੁਤ ਸ਼ੁਕਰੀਆ ਖੁਸ਼ਵੰਤ ਸਾਹਿਬ ਸਾਡੇ ਨਾਲ ਜੁੜਨ ਦੇ ਲਈ, ਆਪਣਾ ਨਜ਼ਰੀਆ ਇਸ ਸੰਸਥਾ ਬਾਰੇ ਪੂਰੀ ਦੁਨੀਆ ਨਾਲ ਸਾਂਝਾ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਜੇਕਰ ਤੁਹਾਨੂੰ ਐਪੀਸੋਡ ਪਸੰਦ ਆਇਆ ਹੋਵੇ, ਤੁਹਾਨੂੰ ਇਹ ਅੱਜ ਦਾ ਨਜ਼ਰੀਆ ਪਸੰਦ ਹੋਏ, ਜ਼ਰੂਰ ਸਾਡੇ ਨਾਲ ਤੁਸੀਂ ਸੰਪਰਕ ਸਾਧ ਸਕਦੇ ਹੋ। ਸਾਡਾ ਈਮੇਲ ਐਡਰੈਸ ਹੈ info@cktimetv.com। ਤੁਸੀਂ ਮੈਨੂੰ WhatsApp ਰਾਹੀਂ ਵੀ ਆਪਣੇ ਸੁਨੇਹੇ ਭੇਜ ਸਕਦੇ ਹੋ। ਸਾਡਾ WhatsApp ਨੰਬਰ ਹੈ +1 209 275 3038 ਅਤੇ ਮੇਰਾ Facebook ਪੇਜ ਹੈ @ਬਲਵਿੰਦਰ official। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨਜ਼ਰੀਆ ਨਾਲ ਜੁੜਨ ਦੇ ਲਈ। ਧੰਨਵਾਦ।